ਗੁਰੂ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ, ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਜੇ ਮਹੀਪ ਤਿਨ ਦੇਸ਼ ਨਿਕਾਰੇ, ਤਿਨ ਤੇ ਹਿਰਦੇ ਤਰਾਸ ਤਿਨ ਧਾਰੇ। ਵਿਪਰਨ ਤੇ ਬਰਨੀ ਕਰਵਾਏ, ਮੇਰੋ ਰਾਜ ਦੇ ਬਿਨਸਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਭਗਤ ਵਛਲ ਕਿਰਪਾ ਦੇ ਖਜ਼ਾਨੇ, ਜਗਤ ਜੀਵਾਂ ਦੇ ਉਧਾਰ ਕਰਤਾ, ਗਿਆਨ ਦੇ ਸਮੁੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਵੱਡੇ ਭਾਗ ਹਨ ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ। ਸਤਿਗੁਰਾਂ ਦੇ ਪਾਵਨ ਚਰਨ ਛੋਹ ਪ੍ਰਾਪਤ ਸਥਾਨ ਵਿਖੇ ਪਿਛਲੇ ਪਹਿਰ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪ ਜੀ ਸਰੀਰ ਸਵਾਸ ਸਫਲੇ ਬਣਾ ਰਹੇ ਹੋ। ਸਤ ਸੰਗਤ ਸਾਧ ਪਾਈ ਵੱਡ ਭਾਗੀ, ਮਨ ਚਲ ਤੋ ਭਇਓ ਅਰੂੜਾ। ਅਨਹਦ ਧੁਨ ਵਾਜੈ ਨਿਤ ਵਾਜੇ, ਹਰ ਅੰਮ੍ਰਿਤ ਧਾਰ ਰਸ ਲੀੜਾ।
ਸਤਿਗੁਰਾਂ ਦੀ ਅਪਾਰ ਕਿਰਪਾ ਹੈ। ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਜੀਵਨ ਇਤਿਹਾਸ ਨੂੰ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਹਜ਼ੂਰੀ ਵਿੱਚ ਦੋ ਗੁਰਸਿੱਖ ਆਏ। ਤਿਨਾਂ ਨੇ ਮਹਾਰਾਜਿਆਂ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ, ਜਗਤ ਝੂਠ ਤੰਬਾਕੂ ਜਿਹੜਾ ਹੈ ਇਹਦੀ ਰੀਤ ਕਿੱਥੋਂ ਚੱਲੀ ਔਰ ਇਹ ਕਿਵੇਂ ਬੀਜਣਾ ਸ਼ੁਰੂ ਹੋਇਆ ਹਿੰਦੁਸਤਾਨ ਦੀ ਧਰਤੀ ਤੇ। ਇੰਨਾ ਮਾੜਾ ਕਿਹਾ ਜਾਂਦਾ ਹੈ, ਪਰ ਇਹ ਕੌਣ ਲੈ ਕਰਕੇ ਆਇਆ? ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਕਿ ਸ਼ਿਵ ਨੇ ਆਪਣੇ ਪੁੱਤਰ ਸਿਕੰਦ ਨੂੰ ਜਦੋਂ ਇਹਨੇ ਸਵਾਲ ਕੀਤਾ, ਦੱਸਿਆ, ਰਾਜਾ ਅਜਮੇਰ ਸ਼ਾਹ ਜਿਹਨੇ ਇੱਕ ਮੁਨੀ ਤੋਂ ਵਰ ਮੰਗਿਆ ਕਿ ਮੈਨੂੰ ਧਰਤੀ ਦਾ ਰਾਜ ਮਿਲੇ, ਉਹਨੇ ਕਿਹਾ ਵੀ ਤੈਨੂੰ ਪਹਿਲਾਂ ਤਪੱਸਿਆ ਕਰਨੀ ਪੈਣੀ। ਅਜਮੇਰ ਸ਼ਾਹ ਨੇ ਤਪੱਸਿਆ ਕੀਤੀ ਔਰ ਹਵਨ ਕੀਤਾ, ਜਿਹਦੇ ਵਿੱਚ ਗਊ ਦੀ ਜਿਹੜੀ ਚਰਬੀ ਸੀ ਉਹ ਹਵਨ ਵਿੱਚ ਪਾਈ ਔਰ ਉਸੇ ਹਵਨ ਦੇ ਵਿੱਚ ਕੁਝ ਸਮੇਂ ਬਾਅਦ ਇੱਕ ਬੂਟੀ ਉੱਗੀ ਜਿਹਨੂੰ ਤੰਬਾਕੂ ਕਿਹਾ ਔਰ ਇਹੀ ਬੂਟੀ ਤੋਂ ਅੱਗੇ ਅਜਮੇਰ ਸ਼ਾਹ ਨੇ, ਫਿਰ ਉਹਦੀ ਕੰਨਿਆ ਨੇ ਚਾਹਿਆ ਕਿ ਮੈਂ ਇੱਕ ਤਪੱਸਵੀ ਦੇ ਨਾਲ ਵਿਵਾਹ ਕਰਾਉਣਾ ਹੈ ਔਰ ਇੱਕ ਪੰਡਤ ਜਿਹੜਾ ਲੰਮੇ ਸਮੇਂ ਤੋਂ ਤਪੱਸਿਆ ਕਰਦਾ ਸੀ, ਉਹਨੂੰ ਜਦੋਂ ਉਹਨੇ ਵਰ ਚੁਣਿਆ ਉਹਦੇ ਨਾਲ ਵਿਵਾਹ ਹੋ ਗਿਆ। ਮੰਤਰਾਂ ਦਾ ਜਪ ਕਰਕੇ ਉਹ ਕੋਟ ਕਰ ਲੈਂਦਾ ਸੀ ਕਿਉਂਕਿ ਉਹ ਖੁਸ਼ ਨਹੀਂ ਸੀ ਵਿਵਾਹ ਤੋਂ। ਅਜਮੇਰ ਸ਼ਾਹ ਨੇ ਫਿਰ ਉਹਨੂੰ ਤੰਬਾਕੂ ਜਦੋਂ ਪਿਆਇਆ ਤਾਂ ਉਹਦੇ ਮੰਤਰਾਂ ਦਾ ਪ੍ਰਤਾਪ ਜਿਹੜਾ ਸੀ ਸਾਰਾ ਹੀ ਨਸ਼ਟ ਹੋ ਗਿਆ। ਫਿਰ ਮਹਾਰਾਜ ਜੀ ਕਹਿਣ ਲੱਗੇ, ਰਾਜਾ ਆਨੰਦ ਹੋਇਆ, ਲੰਮਾ ਸਮਾਂ ਧਰਤੀ ਤੇ ਉਹਨੇ ਰਾਜ ਕੀਤਾ ਹੈ, ਨੇੜੇ ਨੇੜੇ ਦੀਆਂ ਰਿਆਸਤਾਂ ਤੇ ਜਿੱਤ ਪ੍ਰਾਪਤ ਕੀਤੀ। ਉਹਦੇ ਮਨ ਵਿੱਚ ਡਰ ਸੀ ਕਿ ਮੇਰਾ ਰਾਜ ਭਾਗ ਜਿਹੜਾ ਹੈ ਕਿਤੇ ਮੇਰੇ ਹੱਥੋਂ ਚਲਿਆ ਨਾ ਜਾਏ, ਕਿਉਂਕਿ ਰਿਸ਼ੀ ਮੁਨੀ ਪੰਡਿਤ ਲੋਕ ਮੰਤਰਾਂ ਦਾ ਜਪ ਕਰਕੇ ਕਿਤੇ ਮੇਰੇ ਕੋਲੋਂ ਇਹ ਜਿਹੜਾ ਰਾਜ ਭਾਗ ਹੈ ਖੋਹ ਨਾ ਲੈਣ। ਫਿਰ ਉਹਨੇ ਸਲਾਹ ਕੀਤੀ, ਜਦੋਂ ਕਿਹਾ ਕਿ ਮੁੰਡਨ ਦੀ ਰੀਤ ਜਿਹੜੀ ਸੀ, ਕੇਸ ਕਤਲ ਕਰਾਉਣ ਦੀ ਰੀਤ, ਰਾਜਾ ਨੰਦ ਦੇ ਸਮੇਂ ਸ਼ੁਰੂ ਹੋਈ। ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕਰਕੇ ਇੱਕ ਦਿਨ ਮਹਾਰਾਜ ਜੀ ਜੰਗ ਨੂੰ ਚੜ੍ਹੇ ਹਨ, ਤੋਂ ਰਸਤੇ ਦੇ ਵਿੱਚ ਘੋੜਾ ਜਿਹੜਾ ਹੈ ਅੱਗੇ ਨਹੀਂ ਤੁਰ ਰਿਹਾ। ਉੱਥੇ ਉਹਨੇ ਆਪਣੀਆਂ ਬ੍ਰੇਕਾਂ ਲਾ ਲਈਆਂ, ਅੱਗੇ ਜਾਂਦਾ ਹੀ ਨਹੀਂ। ਮਹਾਰਾਜ ਜੀਆਂ ਨੇ ਕਿਹਾ, ਭਾਈ ਦੇਖਣਾ ਕਰੋ। ਜਦੋਂ ਦੇਖਿਆ ਕਿ ਉੱਥੇ ਤੰਬਾਕੂ ਜਿਹੜਾ ਹੈ ਉੱਗਿਆ ਹੋਇਆ, ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਦੇਖੋ ਭਾਈ, ਇੱਕ ਪਸ਼ੂ ਨੂੰ ਇੰਨੀ ਸੋਝੀ ਹੈ, ਪਰ ਜਿਹੜਾ ਸੰਸਾਰੀ ਜੀਵ ਹੈ ਉਹ ਰਤਾ ਭਰ ਵੀ ਮਨ ਦੇ ਵਿੱਚ ਇਹ ਸੋਝੀ ਨਹੀਂ ਰੱਖਦਾ ਕਿ ਕਿੰਨੀ ਮਾੜੀ ਸ਼ੈ ਹੈ, ਕਿੰਨੀ ਮਾੜੀ ਵਸਤੂ ਹੈ। ਔਰ ਸਿੱਖ ਧਰਮ ਦੇ ਵਿੱਚ ਤਾਂ ਇਹਦਾ ਨਾਮ ਲੈਣਾ ਵੀ ਜਿਹੜਾ ਹੈ ਮਾੜਾ ਹੈ। ਇਸੇ ਕਰਕੇ ਮਹਾਰਾਜ ਜੀਆਂ ਨੇ ਇਹਨੂੰ ਜਗਤ ਝੂਠ ਕਿਹਾ। ਔਰ ਜਦੋਂ ਪੰਜ ਪਿਆਰੇ ਰਹਿਤ ਮਰਿਆਦਾ ਦ੍ਰਿੜ ਕਰਾਉਂਦੇ, ਜਗਤ ਝੂਠ ਕਿਹਾ ਜਾਂਦਾ ਹੈ ਇਸ ਤੰਬਾਕੂ ਨੂੰ, ਇਹਦਾ ਸੇਵਨ ਨਹੀਂ ਕਰਨਾ। ਔਰ ਗੁਰਸਿੱਖ ਨੇ ਇੱਥੋਂ ਤੱਕ ਕਿ ਇਹਨੂੰ ਛੂਹਣਾ ਤੱਕ ਨਹੀਂ ਹੈ। ਇੰਨਾ ਮਾੜਾ ਹੈ, ਕਹਿਣ ਲੱਗੇ ਜਿਵੇਂ ਕਿਸੇ ਨੇ ਗਊ ਹੱਤਿਆ ਕਰ ਲਈ, ਉਹਨਾਂ ਪਾਪ ਜਿਹੜਾ ਹੈ ਤੰਬਾਕੂ ਦਾ ਸੇਵਨ ਕਰਨ ਵਾਲੇ ਨੂੰ ਲੱਗਦਾ ਹੈ, ਜਿਹਨੇ ਤੰਬਾਕੂ ਨੂੰ ਛੂਹਿਆ ਜਾਂ ਖਾਧਾ ਹੈ। ਇੰਨੀ ਮਾੜੀ ਵਸਤੂ ਹੈ।
ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ। ਗੁਰਸਿੱਖਾਂ ਨੇ ਪੁੱਛਿਆ, ਮਹਾਰਾਜ ਇੰਨਾ ਸੁੰਦਰ ਸਰੂਪ ਹੈ, ਪਰਮੇਸ਼ਰ ਨੇ ਮਨੁੱਖਾ ਜੀਵਨ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ, ਪਰ ਕੇਸ ਤਾਂ ਧੁਰੋਂ ਹੀ ਜਿਵੇਂ ਬਾਕੀ ਸਰੀਰ ਦੇ ਅੰਗ ਹਨ, ਉਸੇ ਤਰ੍ਹਾਂ ਕੇਸ ਜਿਹੜੇ ਨੇ ਜਦੋਂ ਬਾਲਕ ਜਨਮ ਲੈਂਦਾ ਹੈ ਉਦੋਂ ਹੀ ਬਾਲਕ ਦੇ ਸਿਰ ਤੇ ਕੇਸ ਹੁੰਦੇ। ਔਰ ਜੁਗਾਂ ਜੁਗਾਂਤਰਾਂ ਤੋਂ ਇਹ ਰੀਤ ਜਿਹੜੀ ਹੈ ਚੱਲੀ ਆਉਂਦੀ ਕਿ ਜਿੰਨੇ ਰਿਸ਼ੀ ਮੁਨੀ ਹੋਏ, ਅਵਤਾਰ, ਪੈਗੰਬਰ, ਔਲੀਆ, ਸਭਨਾਂ ਦੇ ਸਿਰ ਤੇ ਕੇਸ ਰਹੇ ਹਨ, ਸਾਰੇ ਕੇਸਾਂ ਧਾਰੀ ਹੋਏ। ਪਰ ਇਹ ਜਿਹੜੀ ਮੁੰਡਣ ਦੀ ਰੀਤ ਹੈ ਕਿਵੇਂ ਸੰਸਾਰ ਤੇ ਵੱਧ ਗਈ। ਇੰਨਾ ਸੁੰਦਰ ਸਵਰੂਪ ਪਰਮੇਸ਼ਰ ਨੇ ਬਖਸ਼ਿਸ਼ ਕੀਤਾ, ਇਹਨੂੰ ਕਰੂਪ ਕਿਉਂ ਬਣਾ ਲੈਂਦੇ ਨੇ ਲੋਕ। ਔਰ ਇੰਨਾ ਮਲੀਨ ਉਸਤਰਾ ਹੁੰਦਾ ਜਿਹੜਾ ਇੱਕੋ ਹੀ ਉਸਤਰਾ ਕਈਆਂ ਦੇ ਸਿਰ ਤੇ ਫਿਰਦਾ ਹੈ। ਉਹੀ ਕਹਿਣ ਲੱਗੇ, ਇੱਕੋ ਹੀ ਉਸਤਰਾ ਹੈ ਜਿਹਨੂੰ ਨਾਈ ਕਈਆਂ ਦੇ ਸਿਰ ਤੇ ਕਹਿਣ ਲੱਗੇ ਫੇਰਦਾ, ਮੁਸ਼ਹਿਰਿਆਂ ਤੇ ਫੇਰਦਾ, ਦਾੜੇ ਤੇ ਫੇਰਦਾ। ਕਿੰਨਾ ਮਲੀਨ ਹੈ ਕਹਿਣ ਲੱਗੇ। ਔਰ ਸੁੰਦਰ ਸਵਰੂਪ ਪਰਮੇਸ਼ਰ ਨੇ ਬਖਸ਼ਿਸ਼ ਕੀਤਾ ਹੈ। ਔਰ ਕਾਇਰ ਲੋਕ ਹਨ ਜਿਹੜੇ ਇਸ ਤਰ੍ਹਾਂ ਦਾ ਸਵਰੂਪ ਬਣਾ ਲੈਂਦੇ, ਪਰਮੇਸ਼ਰ ਦੀ ਦਿੱਤੀ ਹੋਈ ਦਾਤ ਨੂੰ ਇਹ ਅਜਾਈਂ ਗਵਾ ਦਿੰਦੇ। ਮਹਾਰਾਜ ਜੀ ਕਹਿਣ ਲੱਗੇ, ਰਾਜਾ ਨੰਦ ਜਿਹੜਾ ਹੈ ਉਹਨੇ ਆਪਣੇ ਰਾਜ ਭਾਗ ਤੋਂ ਡਰਦਿਆਂ ਕਿਤੇ ਮੇਰਾ ਰਾਜ ਭਾਗ ਨਾ ਇਹ ਲੋਕ ਖੋਹ ਲੈਣ, ਫਿਰ ਉਹਨੇ ਮੁੰਡਨ ਦੀ ਰੀਤ ਜਿਹੜੀ ਆ ਸ਼ੁਰੂ ਕਰਵਾਈ। ਕਿਉਂਕਿ ਇਸ ਰੀਤ ਦੇ ਦੁਆਰਾ ਮੰਤਰਾਂ ਦੇ ਜਪ ਦਾ ਜਿਹੜਾ ਪ੍ਰਤਾਪ ਹੈ ਉਹ ਜੀਵ ਦੇ ਹਿਰਦੇ ਅੰਦਰੋਂ ਚਲਿਆ ਜਾਂਦਾ, ਤਪੱਸਿਆ ਚਲੀ ਜਾਂਦੀ। ਜਦੋਂ ਕੋਈ ਆਪਣਾ ਸਿਰ ਜਿਹੜਾ ਹੈ ਮੁੰਡਵਾ ਲੈਂਦਾ, ਫਿਰ ਉਹਨੇ ਜਿੰਨੇ ਬ੍ਰਾਹਮਣ ਸਨ, ਵਿਦਵਾਨ ਸਨ, ਜਿੰਨੇ ਰਿਸ਼ੀ ਸਨ, ਸਭਨਾਂ ਦੇ ਸਿਰ ਤੋਂ ਕੇਸ ਜਿਹੜੇ ਸੀ ਰਾਜਾ ਨੰਦ ਨੇ ਮੁੰਡਵਾ ਦਿੱਤੇ। ਇਹ ਮੁੰਡਨ ਦੀ ਰੀਤ ਜਿਹੜੀ ਹੈ ਉਹਦੇ ਰਾਜ ਵਿੱਚ ਸ਼ੁਰੂ ਹੋਈ। ਜਿਵੇਂ ਸਤਿਗੁਰੂ ਜੀ ਅੱਗੇ ਬਖਸ਼ਿਸ਼ ਕਰ ਰਹੇ ਹਨ। ਆਓ ਸਾਧ ਸੰਗਤ ਰਸਨਾ ਔਰ ਮੁਖ ਦੀ ਪਵਿੱਤਰਤਾ ਲਈ ਆਖਣਾ ਕਰੀਏ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਚੌਪਈ ਇਹ ਕਿਮ ਹੋਏ ਕਰੋ ਬਤਾਵਨ। ਇੱਕ ਦਿਨ ਸਤਿਗੁਰੂ ਜੀ ਦੀਵਾਨ ਦੇ ਵਿੱਚ ਬੈਠੇ ਔਰ ਗੁਰਸਿੱਖਾਂ ਦੇ ਨਾਲ, ਗੁਰੂ ਸਾਹਿਬ ਜੀ ਦੇ ਨਾਲ ਬਚਨ ਬਿਲਾਸ ਹੋਏ। ਗੁਰਸਿੱਖਾਂ ਦੇ ਮਹਾਰਾਜਿਆਂ ਨੂੰ ਪੁੱਛਦੇ ਹਨ, ਇੱਕ ਦਿਨ ਪਿਕ ਸਤਿਗੁਰ ਕੀ ਮਰਜੀ। ਇੱਕ ਦਿਨ ਗੁਰੂ ਸਾਹਿਬ ਜੀ ਦੀ ਮੌਜ ਅਨੁਸਾਰ ਸਤਿਗੁਰੂ ਜੀ ਆਪਣੀ ਮੌਜ ਵਿੱਚ ਬੈਠੇ ਹਨ। ਸੰਗਤ ਹਾਥ ਜੋੜ ਕੀ ਅਰਜ਼ੀ। ਔਰ ਸੰਗਤ ਨੇ ਹੱਥ ਜੋੜ ਕੇ ਮਹਾਰਾਜਿਆਂ ਦੇ ਚਰਨਾਂ 'ਚ ਬੇਨਤੀ ਕੀਤੀ ਹੈ। ਸਾਚੇ ਪਾਤਸ਼ਾਹ ਇਹ ਕਹੀਏ। ਸੱਚੇ ਪਾਤਸ਼ਾਹ ਜੀ ਆਪ ਜੀ ਕਿਰਪਾ ਕਰੋ। ਚਤੁਰ ਵਰਨ ਮੁੰਡਤ ਹੀ ਲਹੀਏ। ਸਤਿਗੁਰੂ ਜੀ ਚਾਰੇ ਪਾਸੇ ਆਪ ਜੀ ਦੀ ਕਿਰਪਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਮਹਾਰਾਜ ਜੀ ਹਰ ਪਾਸੇ ਆਪ ਜੀ ਦੀ ਕਿਰਪਾ ਹੈ। ਪਰ ਹਿੰਦੂ ਧਰਮ ਦੇ ਅੰਦਰ ਮਹਾਰਾਜ ਚਾਰੇ ਪਾਸੇ ਘੋਨ ਮੋਨ ਦਿਸਦੇ ਹਨ। ਚਾਰੇ ਪਾਸੇ ਹੀ ਮੁੰਡਨ ਕੀਤਾ ਹੋਇਆ, ਸਭਨਾਂ ਨੇ ਸਿਰ ਮੁੰਡਵਾਇਆ ਹੋਇਆ ਹੈ। ਪੂਰਬ ਤੀਨ ਜੁਗਤ ਕੀ ਬਾਤ। ਸਤਿਗੁਰੂ ਜੀ ਤਿੰਨਾਂ ਯੁੱਗਾਂ ਦੇ ਅੰਦਰ ਪਹਿਲਾਂ ਜੋ ਤਿੰਨਾਂ ਯੁੱਗਾਂ ਦੇ ਵਿੱਚ ਬਾਤ ਪ੍ਰਚਲਿਤ ਹੈ। ਸੁਨੀ ਪੁਰਾਨਨ ਮਹਿ ਬਖਿਆਤ। ਪੁਰਾਣਾਂ ਦੇ ਵਿੱਚ ਵੀ ਮਹਾਰਾਜ ਜੀ ਬਖਿਆਤ ਹੈ ਜੋ ਸੁਣੀ ਹੈ। ਸਭ ਕੇ ਸਿਰ ਪਰ ਹੁਤੇ ਸੁਕੇਸ। ਸਭਨਾਂ ਦੇ ਸਿਰ ਤੇ ਮਹਾਰਾਜ ਜੀ ਕੇਸ ਹੁੰਦੇ ਸਨ। ਪਹਿਲੇ ਸਮਿਆਂ ਅੰਦਰ ਜਿੰਨੇ ਅਵਤਾਰੀ ਪੁਰਸ਼ ਹੋਏ, ਜਿੰਨੇ ਸਾਧੂ ਮਹਾਤਮਾ ਹੋਏ,
ਵੱਡੇ ਵੱਡੇ ਤਪੀ ਤਪੀਸਰ ਰਿਸ਼ੀ ਮੁਨੀ ਸਾਰੇ ਹੀ ਕੇਸਾਂ ਧਾਰੀ ਹੋਏ ਨੇ। ਸਭਨਾਂ ਦੇ ਸਿਰ ਤੇ ਕੇਸ ਹਨ। ਸ਼ਮਸ ਮੂਛ ਕੋ ਧਰਤ ਵਿਸ਼ੇਸ਼। ਸਭਨਾਂ ਦੇ ਮੁਖ ਤੇ ਦਾੜਾ ਹੈ, ਸਭਨਾਂ ਦੇ ਮੁਸ਼ਹਿਰੇ ਹਨ, ਮੁੱਛਾਂ ਹਨ, ਔਰ ਸਭਨਾਂ ਦੇ ਸੀਸ ਤੇ ਕੇਸ ਸ਼ੋਭਦੇ ਹਨ। ਕਿਸ ਪ੍ਰਕਾਰ ਸਭ ਮੁੰਡਨ ਭਏ। ਸਤਿਗੁਰੂ ਜੀ ਮੁੰਡਨ ਦੀ ਰੀਤ ਜਿਹੜੀ ਹੈ, ਫਿਰ ਸਿਰ ਕਦੋਂ ਤੋਂ ਮੁੰਡਵਾਉਣ ਲੱਗ ਪਈ, ਇਹ ਮੁੰਡਨ ਦੀ ਰੀਤ ਕਦੋਂ ਚੱਲ ਪਈ ਹੈ। ਝਗਰਤ ਅਬਹਿ ਬੰਦ ਪਖ ਲਏ। ਸਤਿਗੁਰੂ ਜੀ ਇਹ ਜਿਹੜਾ ਆਪਣੇ ਕੇਸ ਜਿਹੜੇ ਸੀ ਕਟਵਾ ਕਰਕੇ, ਮੁੰਡਨ ਕਰਾ ਕਰਕੇ ਆਪਣੇ ਕੇਸ ਜਿਹੜੇ ਸੀ ਸਾਰੇ ਹੀ ਆਪਣੇ ਸਿਰ ਤੋਂ ਲੁਹਾ ਦਿੱਤੇ ਹਨ। ਜਗ ਹੋਇਓ ਸਗਰੋ ਇਕ ਸਾਰੇ। ਸਾਰਾ ਹੀ ਜਗ ਇੱਕ ਸਾਰ ਹੋਇਆ ਹੈ। ਜੇ ਬੁਝੈ ਕਹਿ ਸ਼ਰੂਤੀ ਉਚਾਰੇ। ਔਰ ਮਹਾਰਾਜ ਜੀ ਜੇ ਆਪ ਜੀ ਕਿਰਪਾ ਕਰਕੇ ਦੱਸੋ ਕਦੋਂ ਤੋਂ ਇਹ ਜਿਹੜੀ ਰੀਤ ਹੈ, ਮੁੰਡਨ ਦੀ ਰੀਤ ਸ਼ੁਰੂ ਹੋਈ ਹੈ। ਕਵਿਤ ਸੁੰਦਰ ਸਰੂਪ ਤੇ ਕਰੂਪ ਬਨ ਰੋਟੇ ਹੋਤ। ਕਿੰਨਾ ਸੁੰਦਰ ਸਵਰੂਪ ਪਰਮੇਸ਼ਰ ਬਖਸ਼ਿਸ਼ ਕਰਦਾ ਹੈ, ਕਿਉਂਕਿ ਜਦੋਂ ਬਾਲਕ ਜਨਮ ਲੈਂਦਾ ਹੈ ਉਹਦੇ ਸਿਰ ਤੇ ਕੇਸ ਹੁੰਦੇ। ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਕੇਸ ਜਿੱਥੇ ਸਾਰੇ ਸਰੀਰ ਦੇ ਅੰਗ, ਦਸੇ ਇੰਦਰੀਆਂ ਪਰਮੇਸ਼ਰ ਨੇ ਬਖਸ਼ਿਸ਼ ਕੀਤੀਆਂ, ਜਿੱਥੇ ਨੇਤਰ ਦਿੱਤੇ, ਕੰਨ ਦਿੱਤੇ, ਨਾਸਕਾ ਦਿੱਤੀ, ਜੇਭਾ, ਮੁਖ, ਦੰਦ ਆਉਂਦੇ, ਸਾਰਾ ਕੁਝ ਪਰਮੇਸ਼ਰ ਨੇ ਬਣਾ ਦਿੱਤੇ। ਕੇਸ ਵੀ ਪਰਮੇਸ਼ਰ ਦੀ ਬਖਸ਼ਿਸ਼ ਹੈ। ਸਤਿਗੁਰੂ ਜੀ ਇੰਨਾ ਸੁੰਦਰ ਸਰੂਪ, ਇੰਨੇ ਸਰੂਪ ਨੂੰ ਫਿਰ ਕਰੂਪ ਕਿਉਂ ਬਣਾਉਂਦੇ ਨੇ ਲੋਕ? ਕਿਉਂਕਿ ਸੁੰਦਰਤਾ ਤਾਂ ਪਰਮੇਸ਼ਰ ਦੀ ਦਿੱਤੀ ਹੋਈ ਹੈ, ਉਹ ਜਿਹੜਾ ਕਰੂਪ ਬਣਾਉਣਾ ਉਹ ਆਪਣੇ ਆਪ ਬਣਾਉਂਦੇ ਲੋਕ। ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਜਿਹੜਾ ਰੱਬ ਦੀ ਦਿੱਤੀ ਹੋਈ ਸੂਰਤ ਨੂੰ ਭੰਨਦਾ ਹੈ, ਤੋੜਦਾ ਹੈ, ਪਰਮੇਸ਼ਰ ਦੀ ਮਰਿਆਦਾ ਦੇ ਉਲਟ ਜਾਣਾ, ਉਹ ਤਾਂ ਬੇਈਮਾਨ ਹੋ ਗਿਆ, ਪਰਮੇਸ਼ਰ ਦੇ ਉਲਟ ਹੋ ਗਿਆ। ਜਿਹੜਾ ਕਹਿੰਦੇ ਮਹਾਰਾਜ ਕਰੂਪ ਬਣ ਹੋਤੇ, ਕਰੂਪ ਬਣ ਜਾਂਦੇ ਨੇ, ਰੋਡੇ ਹੁੰਦੇ ਨੇ, ਕਿਉਂ ਜਿਹਾ ਰੂਪ ਬਣਾ ਲੈਂਦੇ ਹਨ। ਜੈਸੇ ਭੂਪ ਡੰਡ ਦੇ ਤਨੈਕ ਨਾ ਸ਼ਰਮ ਹੈ। ਜਿਵੇਂ ਕੋਈ ਰਾਜਾ ਇਹਨਾਂ ਨੂੰ ਦੰਡ ਦਿੰਦਾ ਹੋਵੇ, ਜਿਵੇਂ ਕਿਸੇ ਰਾਜੇ ਨੇ ਸਜ਼ਾ ਲਾਈ ਹੋਵੇ, ਇਸੇ ਕਰਕੇ ਹੀ ਆਪਣਾ ਕਰੂਪ ਬਣਾਉਂਦੇ ਹਨ। ਮਲ ਮੂਤ ਬਸਨ ਮਲੀਨ ਤੇ ਮਲੀਨ ਮਾਹਾ। ਔਰ ਇਹ ਜਿਹੜੇ ਵਸਤਰ ਬਰਤਨ ਹਨ, ਕਹਿਣ ਲੱਗੇ ਜਿਹੜੇ ਔਜ਼ਾਰ ਵਰਤੇ ਜਾਂਦੇ ਜਦੋਂ ਮੁੰਡਨ ਕੀਤਾ ਜਾਂਦਾ, ਸਿਰ ਮੰਡਵਾਉਂਦੇ, ਉਸਤਰਾ ਫਰਾਉਂਦੇ, ਕਹਿਣ ਲੱਗੇ ਉਹੀ ਮਲਮੂਤ ਆਦਿ ਤੇ ਵਰਤਿਆ ਜਾਂਦਾ। ਕਹਿਣ ਲੱਗੇ ਉਹੀ ਗਏ ਆਪਣੇ ਸਿਰ ਤੇ ਫੇਰਦੇ ਹਨ। ਸੀਸ ਨੂੰ ਲਗਤ ਊਚ ਨੀਚ ਕੇ ਚਰਮ ਹੈ। ਕਹਿਣ ਲੱਗੇ ਸੀਸ ਨੂੰ ਲੱਗਦਾ ਹੈ ਜਦੋਂ ਸਿਰ ਦਾ ਮੁੰਡਨ ਕਰਾਉਂਦੇ। ਇੰਨਾ ਸੁੰਦਰ ਸਰੂਪ ਪਰਮੇਸ਼ਰ ਨੇ ਬਖਸ਼ਿਸ਼ ਕੀਤਾ। ਕਹਿਣ ਲੱਗੇ ਇੰਨਾ ਗੰਦਾ ਜਿਹੜਾ ਉਸਤਰਾ ਹੈ ਉਹ ਆਪਣੇ ਸਿਰ ਤੇ ਲਵਾਉਂਦੇ ਹਨ, ਕੇਸ ਕਤਲ ਕਰਾਉਂਦੇ ਹਨ। ਪਾਕ ਮੁਖ ਮੂੰਡ ਪੈਨੇ ਪਾਕ ਕੋ ਫਿਰਾਵੇ ਨਿਤ। ਮੁਖ ਪਵਿੱਤਰ ਹੈ, ਕਹਿਣ ਲੱਗੇ ਕੇਸ ਪਵਿੱਤਰ ਹਨ। ਔਰ ਜਦੋਂ ਉਸਤਰਾ ਫਰਾ ਲੈਂਦੇ, ਮੁੰਡਨ ਕਰਵਾ ਲੈਂਦੇ, ਫਿਰ ਕਹਿੰਦੇ ਨਾਪਾਕ ਹੋ ਜਾਂਦੇ ਹਨ, ਅਪਵਿੱਤਰ ਹੋ ਜਾਂਦੇ ਹਨ। ਆਗੇ ਕਰ ਦੀਤ ਜੈਸੇ ਰਾਂਡ ਕੋ ਕਰਮ ਹੈ। ਆਪਣਾ ਸਿਰ ਕਹਿੰਦੇ ਇਸ ਤਰ੍ਹਾਂ ਨਾਈ ਦੇ ਅੱਗੇ ਕਰ ਦਿੰਦੇ ਜਿਵੇਂ ਰੰਡੀ ਦਾ ਕਰਮ ਹੁੰਦਾ। ਕਹਿਣ ਲੱਗੇ ਉਹ ਵੀ ਤਾਂ ਆਪਣਾ ਤਨ ਜਿਹੜਾ ਭੇਟ ਕਰ ਦਿੰਦੀ। ਇਸ ਕਰਕੇ ਕਹਿੰਦੇ ਆਪਣਾ ਸਰੀਰ ਜਿਹੜਾ ਹੈ ਰਾਂਡ ਦੀ ਤਰ੍ਹਾਂ, ਕਹਿਣ ਲੱਗੇ ਨਾਈ ਦੇ ਅੱਗੇ ਕਰ ਦਿੰਦੇ ਹਨ। ਸ਼ੋਭਾ ਲੋਕ ਗਤ ਪਰ ਲੋਕ ਕੀ ਬਗਾਰੇ ਮੂੜ। ਲੋਕ ਦੀ ਸੋਭਾ, ਲੋਕ ਦੇ ਵਿੱਚ ਵਡਿਆਈ ਮਿਲਦੀ ਹੈ ਜਿਹਨੇ ਆਪਣਾ ਸੁੰਦਰ ਸਵਰੂਪ ਜਿਹੜਾ ਵਰਗ ਕਰਾਰ ਰੱਖਿਆ। ਲੋਕ ਵਿੱਚ ਸੋਭਾ ਹੈ, ਔਰ ਪਰਲੋਕ ਦੇ ਵਿੱਚ ਮੁਕਤੀ ਪ੍ਰਾਪਤ ਹੁੰਦੀ ਜਿਹਨੇ ਉਸੇ ਤਰ੍ਹਾਂ ਦਾ ਸਵਰੂਪ ਬਰਕਰਾਰ ਰੱਖਿਆ। ਇਸ ਕਰਕੇ ਲੋਕ ਅਤੇ ਪਰਲੋਕ ਦੀ ਵਡਿਆਈ, ਸੋਭਾ, ਔਰ ਇਹਨੂੰ ਮੂਰਖ ਲੋਕ ਵਿਗਾੜ ਲੈਂਦੇ ਹਨ। ਮੁੰਡਨ ਕਰਾਏ ਫਿਰ ਭਾਖ ਤੇ ਧਰਮ ਹੈ।
ਮੁੰਡਨ ਕਰਾ ਕਰਕੇ ਆਪਣਾ ਧਰਮ ਜਿਹੜਾ ਹੈ ਉਹ ਗਵਾ ਲੈਂਦੇ ਹਨ। ਚੌਪਈ ਇਹ ਕਿਮ ਹੋਏ ਕਰੋ ਬਤਾਵਨ। ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਵੀ ਇਹ ਰੀਤ ਕਿਵੇਂ ਪ੍ਰਚਲਿਤ ਹੋਈ। ਆਪ ਪੰਥ ਮੈਂ ਕਰੇ ਰਖਾਵਨ। ਸਤਿਗੁਰੂ ਜੀ ਤੁਸੀਂ ਆਪ ਪੰਥ ਸਾਜਿਆ ਹੈ ਔਰ ਤੁਸੀਂ ਆਪਣੇ ਪੰਥ ਵਿੱਚ ਕਿਹਾ ਹੈ ਕਿ ਭਾਈ ਕੇਸਾਂ ਦਾ ਜਿਹੜਾ ਹੈ ਉਹ ਮੁੰਡਨ ਨਹੀਂ ਕਰਾਉਣਾ, ਕੇਸਾਂ ਦਾ ਸਤਿਕਾਰ ਕਰਨਾ ਹੈ, ਕੇਸ ਉਸੇ ਤਰ੍ਹਾਂ ਹੀ ਬਰਕਰਾਰ ਰੱਖਣੇ ਹਨ, ਕੇਸ ਰਹਿਤ ਹਨ। ਇਸ ਕਰਕੇ ਮਹਾਰਾਜ ਫਿਰ ਇਹ ਰੀਤ ਕਿੱਥੋਂ ਪ੍ਰਚਲਿਤ ਹੋਈ? ਤੁਸੀਂ ਤਾਂ ਖਾਲਸਾ ਪੰਥ ਦੇ ਵਿੱਚ ਕੇਸਾਂ ਨੂੰ ਬਰਕਰਾਰ ਰੱਖਿਆ ਹੈ। ਸੁਨ ਸ੍ਰੀ ਕਲਕੀ ਧਰ ਤਿਸ ਕਾਲ। ਸੁਣ ਕਰਕੇ ਕਲਗੀਧਰ ਪਿਤਾ ਸੁਆਮੀ ਸਤਿਗੁਰੂ ਜੀ ਕਹੇ ਪ੍ਰਸੰਗ ਸਭਨ ਕੇ ਨਾਲ। ਸਭਨਾਂ ਨੂੰ ਮਹਾਰਾਜ ਜੀ ਇਹ ਪ੍ਰਸੰਗ ਸਰਵਣ ਕਰਾਉਂਦਿਆਂ ਹੋਇਆਂ ਰਾਜ ਪਾਂਡਵਨ ਕੋ ਛੈ ਭਇਓ। ਔਰ ਪਾਂਡਵਾਂ ਦੇ ਰਾਜ ਸਮੇਂ ਕਹਿਣ ਲੱਗੇ ਛੇਵਾਂ ਪਾਂਡਵਾਂ ਤੋਂ ਬਾਅਦ ਛੇਵਾਂ ਰਾਜਾ ਹੈ ਇਹ ਜਿਹੜਾ ਰਾਜਾ ਹੈ। ਚਿਰੰਕਾਲ ਬਹੁਰੋ ਬਿਤ ਗਇਓ। ਚਿਰੰਕਾਲ ਇਸ ਰਾਜ ਦੇ ਸਮੇਂ ਕਹਿਣ ਲੱਗੇ ਬਹੁਤ ਨੇੜੇ ਨੇੜੇ ਦੇ ਜਿਹੜੇ ਛੋਟੀਆਂ ਰਿਆਸਤਾਂ ਸਨ ਉਹਨਾਂ ਰਾਜਿਆਂ ਦਾ ਰਾਜ ਭਾਗ ਖੋਹ ਕਰਕੇ ਰਾਜੇ ਨੰਦ ਨੇ ਆਪਣੇ ਰਾਜ ਭਾਗ ਵਿੱਚ ਮਿਲਾਇਆ ਹੈ। ਭੂਪ ਨੰਦ ਕੇ ਭੇਛਿਤ ਮਾਲਿਕ। ਔਰ ਇਹ ਜਿਹੜਾ ਰਾਜਾ ਹੈ ਸਾਰੀ ਧਰਤੀ ਤੇ ਰਾਜ ਕਰਨਾ ਚਾਹੁੰਦਾ ਹੈ ਰਾਜਾ ਨੰਦ। ਔਰ ਜਿੰਨੇ ਛੋਟੇ ਛੋਟੇ ਰਾਜੇ ਸਨ ਛੋਟੀਆਂ ਰਿਆਸਤਾਂ ਦੇ ਮਾਲਕ ਵਧਿਓ ਰਾਜ ਕੋ ਸ਼ਤਰੁਨ ਕਾਲਿਕ। ਔਰ ਜਿਹੜੇ ਛੋਟੇ ਛੋਟੇ ਸ਼ਤਰੂ ਸਨ ਸਾਰਿਆਂ ਦਾ ਰਾਜ ਭਾਗ ਖੋਹ ਲਿਆ, ਉਹਨਾਂ ਨੂੰ ਕੈਦੀ ਬਣਾ ਲਿਆ ਜਾਂ ਕਈ ਰਾਜਿਆਂ ਨੂੰ ਮਾਰ ਦਿੱਤਾ ਔਰ ਆਪਣਾ ਰਾਜ ਭਾਗ ਜਿਹੜਾ ਇਹਨੇ ਬਹੁਤ ਵਿਸ਼ਾਲ ਰਾਜ ਬਣਾਇਆ, ਦੂਰ ਦੂਰ ਤੱਕ ਆਪਣਾ ਰਾਜ ਭਾਗ ਵਧਾਇਆ ਹੈ। ਛੀਨ ਲੀਨ ਭੂਪਤ ਸਮੁਦਾਈ। ਜਿੰਨੇ ਸਮੁਦਾਇ ਨੇੜੇ ਨੇੜੇ ਦੇ ਰਾਜੇ ਸਨ ਸਾਰਿਆਂ ਤੋਂ ਰਾਜ ਖੋਹ ਲਿਆ ਹੈ। ਫੇਰੀ ਸਭ ਜਗ ਆਪਨ ਦੁਹਾਈ। ਔਰ ਆਪਣੀ ਦੁਹਾਈ ਫੇਰ ਦਿੱਤੀ। ਜਿਹੜਾ ਕੋਈ ਅੜਦਾ ਹੈ ਉਹਨੂੰ ਫਿਰ ਜੰਗ ਕਰਨਾ ਪੈਂਦਾ ਹੈ। ਅਸ਼ਵਮੇਧ ਜੱਗ ਆਪਣਾ ਘੋੜਾ ਛੱਡ ਦੇਣਾ ਰਾਜ ਦੇ ਵਿੱਚ ਜੇ ਕੋਈ ਫੜ ਲੈਂਦਾ ਸੀ, ਕਿਉਂਕਿ ਸ਼ਤਰੂ ਜਿਹੜਾ ਸੀ ਉਹ ਫੜਦਾ ਹੈ, ਇਸ ਕਰਕੇ ਫਿਰ ਉਹਦੇ ਨਾਲ ਜੰਗ ਕਰਨਾ ਪੈਂਦਾ ਹੈ। ਇਸ ਕਰਕੇ ਦੁਹਾਈ ਫੇਰ ਦਿੱਤੀ ਮੇਰੇ ਤੋਂ ਵੱਡਾ ਹੋਰ ਕੋਈ ਰਾਜਾ ਨਹੀਂ ਹੈ। ਚਾਰੋ ਵਰਨ ਚਲੇ ਅਨਸਾਰੇ। ਚਾਰੇ ਵਰਨ ਜਿਹੜੇ ਹਨ ਰਾਜੇ ਨੰਦ ਦੇ ਅਨੁਸਾਰ ਹੀ ਚੱਲਦੇ ਹਨ। ਬ੍ਰਾਹਮਣ ਖੱਤਰੀ ਸ਼ੂਦ ਵੈਸ਼ ਚਾਰੇ ਵਰਨ ਜਿਹੜੇ ਸੀ ਸਾਰੇ ਦੇ ਅਨੁਸਾਰੀ ਹੋ ਕਰਕੇ ਚੱਲਦੇ ਹਨ। ਪਰਸੁਰਾਮ ਸਮ ਛਤਰੀ ਮਾਰੇ। ਔਰ ਜਿਹੜੇ ਅਨੁਸਾਰੀ ਨਹੀਂ ਸਨ, ਜਿਹੜੇ ਅੜਦੇ ਸਨ, ਜਿਵੇਂ ਪਰਸ਼ੁਰਾਮ ਨੇ ਖੱਤਰੀ ਮਾਰੇ ਸਨ, ਖੱਤਰੀਆਂ ਦੀ ਕੁੱਲ ਦਾ ਸੰਘਾਰ ਕੀਤਾ, ਉਸੇ ਤਰ੍ਹਾਂ ਨੰਦ ਨੇ ਵੀ ਜਿਹੜੇ ਖੱਤਰੀ ਸੀ ਉਹ ਮਾਰੇ ਹਨ ਜਿਹੜੇ ਅੱਗੇ ਅੜਦੇ ਸਨ। 1500 ਬਰਸ ਤੱਕ ਰਾਜੂ। 1500 ਸਾਲ ਤੱਕ ਇਹਨੇ ਆਪਣਾ ਰਾਜ ਕੀਤਾ ਹੈ। ਕਰਤ ਰਹੇ ਬਟ ਭਇਓ ਸਮਾਜੂ। ਵੱਡਾ ਸਾਮਰਾਜ ਜਿਹੜਾ ਸੀ ਇਹਨੇ ਸਥਾਪਿਤ ਕਰ ਲਿਆ। ਸੰਗਿਆ ਸਭਨ ਨੰਦ ਕੇ ਰਹੀ। ਔਰ ਸਾਰੀ ਜਿਹੜੇ ਮੰਤਰੀ ਸਨ ਵਜ਼ੀਰ ਸਾਰਿਆਂ ਦੀ ਸਲਾਹ ਦੇ ਨਾਲ ਇਹ ਰਾਜ ਭਾਗ ਚਲਾਉਂਦਾ ਹੈ। ਏਕ ਵਿਸਾਲ ਵਧਿਓ ਤਿਨ ਮਹੀ। ਔਰ ਇੱਕ ਵਿਸ਼ਾਲ ਸਾਮਰਾਜ ਜਿਹੜਾ ਸੀ ਇਹਦਾ ਵਧਿਆ, ਸਥਾਪਿਤ ਕੀਤਾ ਇੱਕ ਵੱਡਾ ਸਾਮਰਾਜ। ਇਸ ਤਰ੍ਹਾਂ ਰਾਜੇ ਨੰਦ ਨੇ ਫਿਰ ਜਿਹੜੀ ਇਹ ਮੁੰਡਨ ਦੀ ਪ੍ਰਥਾ ਜਿਹੜੀ ਸੀ ਰਾਜੇ ਨੰਦ ਤੋਂ ਸ਼ੁਰੂ ਹੋਈ। ਚੌਪਈ ਜੇ ਮਹੀ ਪਤਿਨ ਦੇਸ਼ਨ ਕਾਰੇ। ਜਿੰਨੇ ਛੋਟੀਆਂ ਰਿਆਸਤਾਂ ਦੇ ਰਾਜੇ ਸਨ ਸਾਰੇ ਰਾਜੇ ਜਿਹੜੇ ਸੀ ਨੰਦ ਨੇ ਆਪਣੇ ਦੇਸ਼ ਦੇ ਵਿੱਚੋਂ ਕੱਢ ਦਿੱਤੇ ਸਨ। ਉਹਨਾਂ ਦਾ ਰਾਜ ਭਾਗ ਜਿਹੜਾ ਆਪਣੇ ਕਬਜ਼ੇ ਵਿੱਚ ਕਰ ਲਿਆ। ਤਿਨ ਤੇ ਹਿਰਦੇ ਤਰਾਸ ਇਮ ਧਾਰੇ। ਔਰ ਫਿਰ ਇਹਨਾਂ ਨੂੰ ਜਦੋਂ ਆਪਣੇ ਰਾਜ ਭਾਗ ਦੇ ਵਿੱਚੋਂ ਕੱਢਿਆ
ਫਿਰ ਮਨ ਦੇ ਵਿੱਚ ਡਰ ਵੀ ਪੈਦਾ ਹੋ ਗਿਆ। ਜਿਹੜਾ ਵਿਰੋਧੀ ਹੈ ਔਰ ਵਿਰੋਧੀ ਦੇ ਪ੍ਰਤੀ ਮਨ ਵਿੱਚ ਫਿਰ ਡਰ ਵੀ ਰਹਿੰਦਾ ਹੈ ਕਿ ਮੇਰੇ ਤੇ ਹਮਲਾ ਤਾਂ ਕਦੇ ਨਾ ਕਦੇ ਉਹ ਕਰੇਗਾ। ਇਸੇ ਕਰਕੇ ਪਰਮੇਸ਼ਰ ਨੇ ਜਿਹੜੀ ਉਰੀਤ ਦਿੱਤੀ ਹੈ ਗੁਰਸਿੱਖ ਨੂੰ, ਨਾ ਕਿਸੇ ਨੂੰ ਭੈ ਦੇਣਾ ਔਰ ਨਾ ਕਿਸੇ ਦਾ ਭੈ ਮੰਨਣਾ। ਔਰ ਜਦੋਂ ਕਿਸੇ ਨੂੰ ਡਰਾਵਾਂਗੇ, ਕਿਸੇ ਦਾ ਭੈ ਜਿਹੜਾ ਹੈ ਕਿਸੇ ਨੂੰ ਭੈ ਦਿਆਂਗੇ, ਫਿਰ ਉਹ ਵੀ ਸਾਡਾ ਜਿਹੜਾ ਭੈ ਹੈ ਕੁਝ ਸਮੇਂ ਬਾਅਦ ਫਿਰ ਉਹ ਸਾਡੇ ਤੇ ਵਾਰ ਕਰੇਗਾ, ਹਮਲਾ ਕਰੇਗਾ। ਜਦੋਂ ਇਹਨੇ ਰਾਜੇ ਨੰਦ ਨੇ ਆਪਣੇ ਰਾਜ ਭਾਗ ਦੇ ਵਿੱਚੋਂ ਛੋਟੀਆਂ ਰਿਆਸਤਾਂ ਦੇ ਰਾਜੇ ਜਿਹੜੇ ਸੀ ਆਪਣੇ ਰਾਜ ਵਿੱਚੋਂ ਕੱਢ ਦਿੱਤੇ ਹਨ, ਫਿਰ ਉਹਨਾਂ ਦੇ ਪ੍ਰਤੀ ਜਿਹੜਾ ਸੀ ਰਾਜਾ ਨੰਦ ਦੇ ਮਨ ਵਿੱਚ ਡਰ ਪੈਦਾ ਹੋ ਗਿਆ। ਡਰਨ ਲੱਗ ਪਿਆ ਕਿਤੇ ਆਉਣ ਵਾਲੇ ਸਮੇਂ ਅੰਦਰ ਇਹ ਮੇਰੇ ਵਿਰੋਧੀ ਨਾ ਹੋ ਜਾਣ, ਮੇਰੇ ਤੇ ਹਮਲਾ ਨਾ ਕਰ ਦੇਣ। ਵਿਪਰਨ ਤੇ ਪਰਨੀ ਕਰਵਾਏ, ਕਿਤੇ ਪੰਡਿਤ ਲੋਕਾਂ ਦਾ ਸਹਾਰਾ ਲੈ ਕਰਕੇ ਉਹਨਾਂ ਲੋਕਾਂ ਤੋਂ ਮੰਤਰਾਂ ਦੇ ਜਪ ਦੁਆਰਾ ਕਿਤੇ ਇਹ ਮੇਰਾ ਰਾਜ ਭਾਗ ਨਾ ਖੋਹ ਲੈਣ। ਮੇਰੋ ਰਾਜ ਤੇਜ ਬਿਨਸਾਏ, ਔਰ ਮੇਰਾ ਰਾਜ ਦਾ ਤੇਜ ਜਿਹੜਾ ਹੈ ਜਿਵੇਂ ਵੱਧ ਰਿਹਾ ਹੈ, ਮੇਰਾ ਰਾਜ ਭਾਗ ਕਿਤੇ ਬਿਨਸ ਨਾ ਜਾਵੇ ਮੇਰੇ ਹੱਥੋਂ। ਦੁਰ ਦੁਰ ਮੰਤਰ ਜਾਪ ਦੀਜ ਕਰੈ, ਕਿਉਂਕਿ ਮੰਤਰਾਂ ਦਾ ਜਪ ਕਰਦੇ ਹਨ ਜੋ ਬ੍ਰਾਹਮਣ ਲੋਕ ਹਨ। ਮੋਹ ਤੇ ਰਾਜ ਤੇਜ ਸਭ ਹਰੈ, ਮੇਰੇ ਕੋਲੋਂ ਰਾਜ ਤੇਜ ਜਿੰਨਾ ਮੇਰੇ ਰਾਜ ਦਾ ਪ੍ਰਤਾਪ ਹੈ ਕਿਤੇ ਮੇਰੇ ਕੋਲੋਂ ਖੁੱਸ ਨਾ ਜਾਵੇ। ਕਰੇ ਇਕੱਤਰ ਸਚਿਵ ਨਿਜ ਸਾਰੇ, ਔਰ ਰਾਜੇ ਨੰਦ ਨੇ ਫਿਰ ਸਾਰੇ ਮੰਤਰੀ ਜਿਹੜੇ ਹਨ ਉਹ ਇਕੱਠੇ ਕੀਤੇ ਹਨ। ਆਪਣਾ ਤਰਾਸ ਸੁਨਾਏ ਵਿਚਾਰੇ, ਔਰ ਸਾਰੇ ਵਜ਼ੀਰਾਂ ਦੇ ਨਾਲ ਇਹਨੇ ਸਲਾਹ ਕੀਤੀ ਹੈ। ਆਪਣੇ ਮਨ ਦਾ ਜਿਹੜਾ ਡਰ ਸੀ ਉਹਨਾਂ ਦੇ ਨਾਲ ਸਾਂਝਾ ਕੀਤਾ ਹੈ। ਮਿਲ ਸਭਹੀਨ ਮਸਲਤ ਮਤ ਧਾਰੀ, ਮਿਲ ਕਰਕੇ ਸਾਰੇ ਵਜ਼ੀਰਾਂ ਨੇ ਇਉਂ ਸਲਾਹ ਕੀਤੀ ਹੈ ਔਰ ਰਾਜੇ ਨੂੰ ਇਹ ਮਸ਼ਵਰਾ ਦਿੱਤਾ ਹੈ। ਮੰਤਰ ਸਿੱਧ ਨ ਹੋਏ ਵਿਚਾਰੀ, ਔਰ ਜੇ ਮੰਤਰ ਸਿੱਧ ਕਰਦੇ ਹਨ ਪੰਡਿਤ ਲੋਕ, ਬ੍ਰਾਹਮਣ ਲੋਕ, ਕਹਿਣ ਲੱਗੇ ਮੰਤਰ ਇਹਨਾਂ ਦੇ ਫਿਰ ਸਿੱਧ ਨਹੀਂ ਹੋਣਗੇ। ਤ੍ਰਿਜ ਬਰ ਵਿਦਿਆ ਜਿਤਕ ਪ੍ਰਵੀਨਾ, ਜਿੰਨੇ ਕੁ ਪੰਡਿਤ ਲੋਕ ਵਿਦਿਆ ਦੇ ਵਿੱਚ ਪ੍ਰਵੀਨ ਹਨ, ਨਿਪੁੰਨ ਹਨ, ਸਿਆਣੇ ਹਨ, ਸਭ ਕੋ ਕੀਜੈ ਕੇਸ ਬਹੀਨਾ, ਇਹ ਰਾਜਨ ਫਿਰ ਸਾਰਿਆਂ ਨੂੰ ਕੇਸ ਤੋਂ ਵਿਹੀਨ ਕਰ ਦਿਓ। ਸਾਰਿਆਂ ਦੇ ਸਿਰ ਤੋਂ ਕੇਸ ਜਿਹੜੇ ਹਨ ਇਹਨਾਂ ਦੇ ਕੇਸਾਂ ਦਾ ਮੁੰਡਨ ਕਰਵਾ ਦਿਓ। ਸ਼ੂਦਰ ਛਾਪ ਆਪਣੀ ਦੇਹੁ ਲਾਏ, ਉਸਤਰੇ ਦੀ ਜਿਹੜੀ ਛਾਪ ਹੈ ਇਹਨਾਂ ਦੇ ਸਿਰ ਤੇ ਉਸਤਰੇ ਦੀ ਛਾਪ ਲਾ ਦੇਣਾ ਕਰੋ। ਮੁੰਡੇ ਸੀਸ ਮੰਤਰ ਨਿਫਲਾਏ, ਔਰ ਜਦੋਂ ਇਹਨਾਂ ਦੇ ਸਿਰ ਮੁੰਡੇ ਜਾਣਗੇ ਫਿਰ ਮੰਤਰ ਇਹ ਸਿੱਧ ਨਹੀਂ ਕਰ ਸਕਣਗੇ, ਕੋਈ ਮੰਤਰ ਸਿੱਧ ਨਹੀਂ ਹੋ ਸਕੇਗਾ। ਪਰਨੀ ਸਿੱਧ ਨ ਕਿਸ ਕੀ ਹੋਏ, ਔਰ ਜੋ ਇਹ ਬੋਲਣਗੇ ਮੰਤਰਾਂ ਦਾ ਜਪ, ਇਹਨਾਂ ਦੀ ਬਾਣੀ ਫਿਰ ਸਿੱਧ ਨਹੀਂ ਹੋਏਗੀ। ਇਹਨਾਂ ਦਾ ਕਹਿਆ ਹੋਇਆ ਬਚਨ ਉਹ ਸਿੱਧ ਨਹੀਂ ਹੋਏਗਾ। ਅਨੇਕ ਉਪਾਏ ਕਰਹਿ ਜੇ ਕੋਏ, ਕਿੰਨਾ ਵੀ ਕੋਈ ਉਪਾਅ ਕਰਨ, ਕਿੰਨਾ ਇਹ ਯਤਨ ਕਰ ਸਕਣ। ਸੁਨ ਮਹਿ ਪਤ ਕੇ ਮਨ ਮਹਿ ਪਾਈ, ਔਰ ਰਾਜਾ ਨੰਦ ਦੇ ਮਨ ਵਿੱਚ ਇਹ ਜਿਹੜਾ ਮਸ਼ਵਰਾ ਸੀ, ਇਹ ਸਲਾਹ ਸੀ, ਚੰਗੀ ਲੱਗੀ ਹੈ। ਜਹ ਕਹਿ ਤੇ ਦਿਜ ਲੀਏ ਬੁਲਾਈ, ਜਿੱਥੇ ਕਿੱਥੇ ਵੀ ਵਿਦਵਾਨ ਪੰਡਿਤ ਰਹਿੰਦੇ ਸਨ ਸਭਨਾਂ ਨੂੰ ਬੁਲਾਉਣਾ ਕੀਤਾ ਹੈ। ਨਿਜ ਬਲ ਕਰਕੇ ਸਿਰ ਮੁੰਡਵਾਏ, ਔਰ ਆਪਣੇ ਬਲ ਦੇ ਦੁਆਰਾ, ਕਿਉਂਕਿ ਰਾਜਾ ਸੀ, ਔਰ ਆਪਣੇ ਬਲ ਕਰਕੇ ਨੇ ਸਭਨਾਂ ਦੇ ਸਿਰ ਜਿਹੜੇ ਸੀ ਉਹ ਮੁੰਡਵਾ ਦਿੱਤੇ ਹਨ। ਸ਼ਮਸ ਸਮੇਤ ਕੇਸ ਬਿਨਸਾਏ, ਔਰ ਇਹਨਾਂ ਦਾ ਦਾੜਾ, ਮੁਸ਼ਹਿਰੇ, ਸਾਰਾ ਕੁਝ ਇਹਨਾਂ ਦਾ ਕੇਸ ਜਿਹੜੇ ਸੀ ਇਹਨਾਂ ਦੇ ਮੁੰਡਵਾ ਦਿੱਤੇ ਹਨ। ਕਵੀਨ ਤੇ ਸਲੋਕ ਬਨਵਾਏ, ਔਰ ਆਪਣੇ
ਆਪਣੇ ਰਾਜ ਦੇ ਕਵੀਆਂ ਤੋਂ ਫਿਰ ਇਹਨੇ ਸ਼ਲੋਕ ਬਣਵਾਏ ਹਨ। ਉਹ ਗ੍ਰੰਥਨ ਮਹਿ ਤੇ ਲਿਖਾਏ। ਬਹੁਤ ਸਾਰੇ ਗ੍ਰੰਥਾਂ ਦੇ ਵਿੱਚ ਇਉਂ ਸ਼ਲੋਕ ਬਣਵਾ ਕਰਕੇ ਲਿਖਵਾ ਦਿੱਤੇ ਹਨ। ਸਭ ਜਗ ਮੁੰਡਤ ਭਏ ਵਿਪਰ ਜਬ। ਸਾਰੇ ਹੀ ਜਗਤ ਦੇ ਵਿੱਚ ਜਦੋਂ ਪੰਡਿਤ ਜਿਹੜੇ ਸਨ, ਜਿਨ੍ਹਾਂ ਦੇ ਕੇਸ ਮੁੰਨੇ ਗਏ, ਜਦੋਂ ਇਉਂ ਮੁੰਡਨ ਦੀ ਰੀਤ ਜਿਹੜੀ ਸੀ ਪ੍ਰਚਲਿਤ ਹੋ ਗਈ। ਇਹ ਵੀ ਧਰਮ ਪਖਾਨਤ ਭੇ ਤਬ। ਹੁਣ ਇਹ ਜਿਹੜੇ ਪੰਡਿਤ ਸਨ ਇਹ ਡਰਦੇ ਹੋਏ ਇਸੇ ਨੂੰ ਹੀ ਆਪਣਾ ਧਰਮ ਜਿਹੜਾ ਸੀ ਉਹ ਕਹਿਣ ਲੱਗ ਪਏ, ਧਰਮ ਵਿਖਿਆਨ ਕਰਨ ਲੱਗ ਪਏ ਕਿ ਸਾਡਾ ਧਰਮ ਹੈ। ਕਿਉਂਕਿ ਹੁਣ ਰਾਜੇ ਦੇ ਅੱਗੇ ਤਾਂ ਕੋਈ ਜ਼ੋਰ ਨਹੀਂ ਚੱਲਦਾ। ਇਸੇ ਕਰਕੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਤੇਗ ਚੁੱਕੀ। ਮਹਾਰਾਜਿਆਂ ਨੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਮਹਾਰਾਜਿਆਂ ਨੇ ਫਿਰ ਹੱਥ ਦੇ ਵਿੱਚ ਤੇਗ ਫੜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੇ ਇਹਨਾਂ ਲੋਕਾਂ ਨੂੰ ਜਗਾਇਆ ਕਰਕੇ ਸੱਚ ਦੇ ਸਾਹਮਣੇ ਕਹਿਣ ਲੱਗੇ ਕੋਈ ਨਹੀਂ ਅੜ ਸਕਦਾ। ਇਸ ਕਰਕੇ ਮਹਾਰਾਜਿਆਂ ਨੇ ਅੰਦਰ ਉਹ ਸਾਹਸ ਭਰਿਆ ਜਿਹੜੇ ਲੋਕ ਸਾਹਸਹੀਣ ਹੋ ਚੁੱਕੇ ਸਨ। ਇਸ ਕਰਕੇ ਕਹਿਣ ਲੱਗੇ ਪੰਡਿਤ ਲੋਕ ਡਰਦੇ ਸਨ ਰਾਜਾ ਨੰਦ ਤੋਂ, ਔਰ ਇਹਨਾਂ ਨੇ ਆਖਿਆ ਵੀ ਇਹ ਤਾਂ ਰੀਤ ਹੈ, ਇੱਕ ਰੀਤ ਹੀ ਪ੍ਰਚਲਿਤ ਹੋ ਗਈ। ਮੁੰਡਨ ਦੀ ਜਿਹੜੀ ਪ੍ਰਥਾ ਸੀ। ਪਠੈ ਸ਼ਲੋਕ ਸੁਨਾਵਨ ਕਰੇ। ਇਹ ਸ਼ਲੋਕ ਪੜ੍ਹ ਕੇ ਫਿਰ ਲੋਕਾਂ ਨੂੰ ਸੁਣਾਉਂਦੇ ਹਨ। ਛਤਰੀ ਬੈਸ਼ਨ ਕੇ ਕਛ ਹਰੇ। ਜਿਹੜੇ ਖੱਤਰੀ ਸਨ, ਵੈਸ਼ ਸਨ, ਸਭਨਾਂ ਦੇ ਸਿਰ ਤੋਂ ਜਿਹੜੇ ਕੇਸ ਸੀ ਫਿਰ ਇਹ ਮੁੰਡਨ ਕਰਵਾਉਣ ਲੱਗ ਪਏ। ਸਕਲ ਲੋਕ ਹੈ ਪਸ਼ੂ ਸਮਾਨੇ। ਸਾਰੇ ਲੋਕ ਜਿਹੜੇ ਸੀ ਉਹ ਤਾਂ ਪਸ਼ੂ ਬਿਰਤੀ ਦੇ ਸਮਾਨ ਸਨ। ਵਿਪਰ ਚੁਗਾਵਨ ਹਾਰ ਮਹਾਨੇ। ਔਰ ਇਹਨਾਂ ਨੂੰ ਚਾਰਨ ਵਾਲੇ ਕੌਣ ਸੀ? ਪੰਡਤ ਲੋਕ। ਬਾਕੀ ਲੋਕਾਈ ਜਿਹੜੀ ਸੀ ਉਹ ਪਸ਼ੂਆਂ ਦੇ ਸਮਾਨ, ਜਿਵੇਂ ਪੰਡਤ ਕਹਿੰਦੇ ਸੀ ਉਸੇ ਤਰ੍ਹਾਂ ਹੀ ਮੰਨ ਲੈਂਦੇ ਸਨ। ਇਹਨਾਂ ਨੂੰ ਚਰਾਵਣਹਾਰੇ ਕੌਣ ਹਨ? ਬਾਕੀ ਸਾਰਾ ਬੱਗ ਕਹਿੰਦੇ ਹਨ। ਔਰ ਇਹਨਾਂ ਦੇ ਚਰਵਾਹੇ ਜਿਹੜੇ ਨੇ ਇਹਨਾਂ ਨੂੰ ਚਰਾਉਣ ਵਾਲੇ ਕਹਿਣ ਲੱਗੇ ਉਹ ਪੰਡਤ ਲੋਕ ਹਨ। ਪਠਨ ਸ਼ਲੋਕ ਲਸਟਕਾ ਹਤੈ। ਸ਼ਲੋਕ ਰੂਪੀ ਲਸ਼ਟਕਾ ਜਿਹੜੀ ਹੈ ਉਹ ਇਹਨਾਂ ਲੋਕਾਂ ਦੇ ਮਾਰਦੇ ਸਨ। ਕਿਉਂਕਿ ਪਸ਼ੂਆਂ ਨੂੰ ਚਰਾਉਣ ਵਾਸਤੇ ਜਿਹੜੀ ਲਸ਼ਟਕਾ ਫੜੀ ਹੁੰਦੀ, ਕਹਿੰਦੇ ਲਸ਼ਟਕਾ ਰੂਪੀ ਸ਼ਲੋਕ ਜਿਹੜਾ ਹੈ ਉਹ ਇਹੀ ਇਹਨਾਂ ਲੋਕਾਂ ਦੇ ਮਾਰਦੇ ਹਨ। ਚਿਤ ਕੋ ਚਾਹੈ ਚਲਾਵੈ ਤਿਤੈ। ਜਿਵੇਂ ਇਹ ਲੋਕ ਚਲਾਉਣਾ ਚਾਹੁੰਦੇ ਸਨ ਉਸੇ ਤਰ੍ਹਾਂ ਹੀ ਲੋਕਾਈ ਨੂੰ ਚਲਾਉਂਦੇ ਹਨ। ਵਿਪਰਨ ਆਪਣੇ ਸਿਰ ਮੁੰਡਵਾਏ। ਫਿਰ ਇਹਨਾਂ ਵਿਪਰਾਂ ਨੇ ਪੰਡਤਾਂ ਨਾਲ ਆਪਣੇ ਸਿਰ ਮੁੰਡਵਾਏ ਹਨ। ਅਪਰ ਲੋਕ ਮਗ ਇਸੀ ਚਲਾਏ। ਹੁਣ ਜਿਹੜਾ ਪੰਡਤ ਸਭਨਾਂ ਦਾ ਮੁਖੀ ਹੈ, ਸਭਨਾਂ ਤੋਂ ਵੱਡਾ ਹੈ, ਜਦੋਂ ਵੱਡਾ ਸਿਰ ਮੁੰਡਵਾਉਂਦਾ ਹੈ ਪਿੱਛੇ ਇਹਨਾਂ ਦੇ ਸਾਰੇ ਕਹਿਣ ਲੱਗੇ ਜਿਵੇਂ ਉਹਨਾਂ ਨੇ ਸਿਰ ਮੁੰਡਵਾਏ, ਇਹਨਾਂ ਦੇ ਪਿੱਛੇ ਲੱਗ ਕੇ ਫਿਰ ਇਹ ਰੀਤ ਜਿਹੜੀ ਸੀ ਉਹ ਪ੍ਰਚਲਿਤ ਹੋ ਗਈ। ਜਗਤ ਝੂਠ ਕਹੁ ਅੰਗੀਕਾਰਾ। ਔਰ ਫਿਰ ਜਗਤ ਝੂਠ ਨੂੰ ਅੰਗੀਕਾਰ ਕਰਨ ਲੱਗ ਪਏ, ਖਾਣ ਲੱਗ ਪਏ। ਸੀਸ ਮੁੰਡਾਵਨ ਪੰਥ ਬਿਥਾਰਾ। ਇਸ ਤਰ੍ਹਾਂ ਕੇਸ ਮੁੰਡਵਾਉਣ ਦਾ ਜਿਹੜਾ ਰਾਹ ਸੀ, ਇਹ ਰਸਤਾ ਇਹ ਵਿਸਥਾਰ ਕਰ ਦਿੱਤਾ ਇਹਨਾਂ ਨੇ, ਇਹ ਰੀਤ ਪ੍ਰਚਲਿਤ ਹੋ ਗਈ। ਇਨ ਦੋਨੋਂ ਤੇ ਕਲ ਕੋ ਕਾਲਾ। ਇਹਨਾਂ ਦੋਨਾਂ ਦੀ ਜਿਹੜੀ ਇਹ ਪ੍ਰਥਾ ਹੈ, ਜਗਤ ਝੂਠ ਦੀ ਔਰ ਮੁੰਡਨ ਦੀ ਜਿਹੜੀ ਰੀਤ, ਕਲੀ ਕਾਲ ਦੇ ਸਮੇਂ ਅੰਦਰ ਜਹ ਕਹਿ ਦੀਖਤ ਭਇਓ ਬਿਸਾਲਾ। ਜਿੱਥੇ ਕਿੱਥੇ ਵੀ ਕਹਿੰਦੇ ਹਨ ਇਹ ਭਾਰੂ ਇਹਨਾਂ ਦਾ ਜਿਹੜਾ ਇਹ ਪ੍ਰਥਾ ਸੀ ਇਹਦੇ ਵਿੱਚ ਵਾਧਾ ਹੋਇਆ। ਇਹ ਲੋਕ ਜਿਹੜੇ ਸੀ ਫਿਰ ਦੇਖਾ ਦੇਖੀ ਇਹ ਰੀਤ ਜਿਹੜੀ ਸੀ ਪੰਡਤ ਲੋਕਾਂ ਨੇ ਪ੍ਰਚਲਿਤ ਕਰ ਦਿੱਤੀ ਹੈ। ਦੋਹਰਾ ਸੁਨ ਸੰਗਤ ਹਰ ਖਾਲਸਾ ਤਾ ਦਿਨ ਤੇ ਅਸਰੀਤ। ਸਤਿਗੁਰੂ ਜੀ ਕਹਿੰਦੇ ਭਾਈ ਗੁਰਸਿੱਖੋ ਸੁਣੋ, ਉਸ ਦਿਨ ਤੋਂ
ਰਾਜੇ ਨੰਦ ਦੇ ਰਾਜ ਤੋਂ ਇਹ ਜਿਹੜੀ ਰੀਤ ਸੀ ਮੁੰਡਨ ਦੀ ਪ੍ਰਚਲਿਤ ਹੋਈ ਹੈ। ਜਗਤ ਵਿਖੈ ਦਿਨ ਪ੍ਰਤ ਬਦੀ ਕਲੂ ਕੀਨ ਵਿਪਰੀਤ। ਔਰ ਰਾਜਾ ਅਜਮੇਰ ਸ਼ਾਹ ਦੇ ਸਮੇਂ ਜਿਹੜੀ ਤੰਬਾਕੂ ਦੀ ਰੀਤ ਸ਼ੁਰੂ ਹੋਈ। ਤੰਬਾਕੂ ਉਹ ਲੈ ਕੇ ਆਇਆ ਆਪਣੇ ਰਾਜ ਭਾਗ ਦੇ ਵਿੱਚ, ਵਰ ਮੰਗਿਆ ਮੈਨੂੰ ਧਰਤੀ ਦਾ ਰਾਜ ਮਿਲੇ, ਧਰਤੀ ਦਾ ਰਾਜ ਮਿਲਿਆ। ਔਰ ਫਿਰ ਉਹਨੇ ਤੰਬਾਕੂ ਦੀ ਜਿਹੜੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਔਰ ਜਿਹੜੀ ਮੁੰਡਣ ਦੀ ਕਿਰਿਆ ਰਾਜਾ ਨੰਦ ਦੇ ਸਮੇਂ ਸ਼ੁਰੂ ਹੋਈ। ਕਹਿਣ ਲੱਗੇ ਦਿਨ ਪ੍ਰਤੀ ਦਿਨ ਇਹ ਜਿਹੜੀ ਕਿਰਿਆ ਸੀ ਵੱਧਦੀ ਗਈ ਹੈ। ਮਹਿਪਤ ਦੀਨੋ ਦੰਡ ਜੋ ਸੋ ਅਬ ਧਰਮ ਸਥਾਪ। ਰਾਜੇ ਨੰਦ ਨੇ ਤਾਂ ਇੱਕ ਸਜ਼ਾ ਦਿੱਤੀ ਸੀ ਇਹਨਾਂ ਪੇਪਰਾਂ ਨੂੰ, ਪੰਡਤਾਂ ਨੂੰ, ਕਿਉਂਕਿ ਉਹਨੂੰ ਡਰ ਸੀ ਕਿ ਮੇਰਾ ਰਾਜ ਭਾਗ ਜਿਹੜਾ ਉਹ ਖੁੱਸ ਨਾ ਜਾਏ। ਔਰ ਇਹਨਾਂ ਲੋਕਾਂ ਨੇ ਕਹਿਣ ਲੱਗੇ ਡਰਦਿਆਂ ਆਪਣਾ ਇੱਕ ਧਰਮ ਬਣਾ ਲਿਆ। ਔਰ ਇਸੇ ਨੂੰ ਇਹ ਧਰਮ ਕਹਿਣ ਲੱਗੇ, ਕਿਉਂਕਿ ਰਾਜੇ ਨੰਦ ਦਾ ਤਾਂ ਮੁਕਾਬਲਾ ਨਹੀਂ ਕਰ ਸਕੇ ਲੋਕ, ਕਿਉਂਕਿ ਹੀਣਤਾ ਸੀ ਅੰਦਰ, ਡਰ ਸੀ ਜੇ ਮੁਕਾਬਲਾ ਕਰਾਂਗੇ ਫਿਰ ਸਾਨੂੰ ਰਾਜੇ ਨੰਦ ਨੇ ਮਾਰ ਦੇਣਾ ਹੈ। ਇਸ ਕਰਕੇ ਮੰਤਰਾਂ ਦਾ ਜਪ ਉੱਥੇ ਨਹੀਂ ਚੱਲ ਸਕਿਆ, ਉੱਥੇ ਤਾਂ ਸ਼ਾਸਤਰਾਂ ਦਾ ਮੁਕਾਬਲਾ ਹੋਣਾ ਸੀ। ਇਸੇ ਕਰਕੇ ਜਦੋਂ ਨੁਰੰਗੇ ਨੇ ਇਹਨਾਂ ਦਾ ਜੰਜੂ ਤਾਰਨਾ ਚਾਹਿਆ, ਮੁਕਾਬਲਾ ਕਰਨ ਦੀ ਬਜਾਏ ਫਿਰ ਹੀਣ ਹੋ ਕਰਕੇ ਬਹੁਤਿਆਂ ਨੇ ਤਾਂ ਇਸਲਾਮ ਧਰਮ ਜਿਹੜਾ ਸੀ ਉਹ ਅਪਣਾ ਲਿਆ ਸੀ। ਬਹੁਤ ਸਾਰੇ ਹਿੰਦੂ ਜਿਹੜੇ ਸੀ ਇਸਲਾਮ ਧਰਮ ਅਪਣਾ ਲਿਆ, ਡਰਦਿਆਂ ਹੋਇਆਂ ਨੁਰੰਗੇ ਦੀ ਤੇਗ ਤੋਂ, ਨੁਰੰਗੇ ਦੀ ਤਲਵਾਰ ਤੋਂ ਡਰਦਿਆਂ ਬਹੁਤ ਸਾਰੇ ਮੁਸਲਮਾਨ ਹੋ ਗਏ ਸਨ। ਔਰ ਜਦੋਂ ਕਸ਼ਮੀਰ ਵਿਖੇ ਫਿਰ ਡਰਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੀ ਸ਼ਰਨ ਵਿੱਚ ਆਏ। ਔਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਜ਼ੁਲਮ ਦਾ ਟਾਕਰਾ ਕਰਨ ਦੀ ਜਿਹੜੀ ਮਹਾਰਾਜ ਜੀਆਂ ਨੇ ਹਿੰਮਤ ਔਰ ਦਲੇਰੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਕਹਿੰਦੇ ਇਹਨਾਂ ਨੂੰ ਸਜ਼ਾ ਦਿੱਤੀ ਸੀ ਰਾਜੇ ਨੰਦ ਨੇ, ਔਰ ਇਹਨਾਂ ਨੇ ਆਪਣਾ ਧਰਮ ਜਿਹੜਾ ਸੀ ਉਹ ਸਥਾਪਿਤ ਕਰ ਲਿਆ। ਜਗਤ ਜੁਗਤ ਅਨੇਕ ਤੇ ਬਨੇ ਚਾਹੈ ਸਚ ਆਪ। ਕਿੱਥੇ ਤਾਂ ਰਾਜੇ ਨੰਦ ਦਾ ਮੁਕਾਬਲਾ ਕਰਨਾ ਸੀ, ਕਿਤੇ ਇਹਨਾਂ ਨੇ ਝੂਠ ਗੱਲ ਜਿਹੜੀ ਸੀ ਉਹ ਸੱਚ ਸਥਾਪਿਤ ਕਰ ਦਿੱਤੀ ਪੰਡਤਾਂ ਨੇ। ਚੋਰ ਠਗਨ ਕੇ ਕਾਰਨੇ ਬੰਧਨ ਸੰਗਲ ਕੀਨ। ਜਿਹੜੇ ਸੰਗਲ ਚੋਰਾਂ ਤੇ ਠੱਗਾਂ ਨੂੰ ਬੰਨ੍ਹਣ ਵਾਸਤੇ ਬਣਾਏ ਜਾਂਦੇ, ਜਿਹੜਾ ਚੋਰੀ ਕਰਦਾ ਹੈ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਠੱਗਾਂ ਨੂੰ ਸਜ਼ਾ ਦਿੱਤੀ ਜਾਂਦੀ, ਸੰਗਲ ਦੇ ਦੁਆਰਾ ਉਹਨਾਂ ਨੂੰ ਬੰਨ੍ਹਿਆ ਜਾਂਦਾ ਹੈ। ਵਿਦ ਨਿਖੇਦ ਸੁਰਪੁਰ ਨਰਕ ਜਗ ਲੋਗਨ ਕਹੁ ਦੀਨ। ਔਰ ਇਹਨਾਂ ਨੇ ਇਹ ਵਿਧੀ ਤਿਆਰ ਕੀਤੀ, ਨਰਕ ਅਤੇ ਸੁਰਗ ਦੀ ਜਿਹੜੀ ਰੀਤ ਸੀ ਇਹਨਾਂ ਲੋਕਾਂ ਨੂੰ ਦੱਸਣਾ ਕੀਤੀ ਹੈ। ਸੰਤ ਭਗਤ ਭਗਵੰਤ ਕੇ ਇਨ ਪਰ ਦੰਦ ਨ ਜੋਏ। ਜਿਹੜੇ ਭਗਵੰਤ ਦੇ ਸੰਤ ਹਨ, ਜਿਹੜੇ ਭਗਤ ਹਨ, ਉਹਨਾਂ ਨੇ ਭਰੋਸਾ ਨਹੀਂ ਕੀਤਾ ਇਹਨਾਂ ਦੀ ਚਲਾਈ ਹੋਈ ਰੀਤ ਤੇ। ਸਭ ਤੋਂ ਪਹਿਲਾਂ ਭਗਤ ਕਬੀਰ ਸਾਹਿਬ ਜੀਆਂ ਨੇ ਸੱਚ ਦੀ ਆਵਾਜ਼ ਜਿਹੜੀ ਸੀ ਉਹ ਬੁਲੰਦ ਕੀਤੀ ਕਾਂਸ਼ੀ ਬਨਾਰਸ ਵਿਖੇ, ਕਿਉਂਕਿ ਉੱਥੇ ਬ੍ਰਾਹਮਣ ਜਿਹੜੇ ਸਨ ਇਹਨਾਂ ਲੋਕਾਂ 'ਤੇ ਅਤਿਆਚਾਰ ਕਰਦੇ। ਔਰ ਉੱਥੇ ਭਗਤ ਕਬੀਰ ਸਾਹਿਬ ਜੀਆਂ ਨੇ ਕਿਹਾ ਕੋਈ ਨਰਕ ਸੁਰਗ ਨਹੀਂ ਹੈ, ਨਰਕ ਸੁਰਗ ਤੇ ਮੈਂ ਰਹਿਓ ਸਤਿਗੁਰ ਕੇ ਪ੍ਰਸਾਦ। ਜਿੱਥੇ ਲੋਕਾਂ ਨੂੰ ਨਰਕ ਅਤੇ ਸੁਰਗ ਦੀ ਜਿਹੜੀ ਰੀਤ ਪ੍ਰਚਲਿਤ ਕਰਕੇ ਉਹਨਾਂ ਦੇ ਪਾਸੋਂ ਦਾਨ ਲੈਣਾ। ਜੇ ਸੁਰਗਾਂ ਨੂੰ ਜਾਣਾ ਕਹਿਣ ਲੱਗੇ ਆਰੇ ਦੇ ਥੱਲੇ ਆਪਣਾ ਸਿਰ ਰੱਖੋ, ਔਰ ਉਹਦਾ ਜਿੰਨਾ ਧਨ ਸੰਪਤੀ ਸਾਰੀ ਸੀ ਉਹ ਲਿਖਵਾ ਲੈਂਦੇ ਸਨ, ਆਪ ਲੈ ਲੈਣਾ। ਔਰ ਆਰੇ ਨਾਲ ਉਹਦੀ ਗਰਦਨ ਕੱਟ ਕੇ ਕਹਿਣ ਲੱਗੇ ਤੁਸੀਂ ਮੁਕਤ ਹੋ ਜਾਓਗੇ ਜਿਹੜਾ ਆਰੇ ਨਾਲ ਆਪਣਾ ਸੀਸ ਚਰਾਏਗਾ। ਇਸ ਤਰ੍ਹਾਂ ਦੀ ਜਿਹੜੀ ਰੀਤ ਸੀ ਨਰਕ ਅਤੇ ਸੁਰਗ ਦੀ ਇਹਨਾਂ ਲੋਕਾਂ ਨੇ ਪ੍ਰਚਲਿਤ ਕੀਤੀ। ਪਰ ਜਿਹੜੇ ਹਰੀ ਦੇ ਭਗਤ ਸਨ, ਪਿਆਰੇ ਸਨ, ਉਹਨਾਂ ਨੇ ਇਹਨਾਂ ਦੀ ਚਲਾਈ ਹੋਈ ਰੀਤ ਤੇ ਭਰੋਸਾ ਨਹੀਂ ਕੀਤਾ ਔਰ ਦੁਨੀਆ ਨੂੰ ਜਗਾਇਆ ਕਿ ਝੂਠ ਬੋਲਦੇ ਹਨ, ਇਹ ਸੱਚ ਨਹੀਂ ਹੈ। ਜਥਾ ਸਾਹਿਬ ਭੂਪ ਕੇ ਨਹਿ ਅਟਕਹਿ ਕਿਤ ਕੋਏ। ਅਟਕਦਾ ਕੌਣ ਹੈ? ਜਿਹੜਾ ਗੁਲਾਮ ਹੁੰਦਾ ਹੈ,
ਜਿਹੜਾ ਗੁਲਾਮ ਹੈ ਉਹਨੂੰ ਜਿੱਧਰ ਮਰਜ਼ੀ ਲਾ ਲਿਆ ਜਾਂਦਾ, ਔਰ ਜਿਹੜਾ ਮੁਸਾਹਿਬ ਹੋਵੇ, ਰਾਜੇ ਦਾ ਮੰਤਰੀ ਹੋਵੇ, ਵਜ਼ੀਰ ਹੋਵੇ, ਉਹਨੂੰ ਥੋੜ੍ਹਾ ਅਟਕ ਪੈਂਦੀ। ਹੁਣ ਜਦੋਂ ਲਾਲ ਬੱਤੀ ਹੋਈ ਹੋਈ ਹੈ, ਖੜਾ ਕੌਣ ਹੈ? ਜਿਹੜਾ ਡਰਦਾ ਹੈ। ਹੁਣ ਜਦੋਂ ਵਜ਼ੀਰਾਂ ਮੰਤਰੀਆਂ ਦੀ ਗੱਡੀ ਆਉਂਦੀ, ਉਹ ਥੋੜ੍ਹਾ ਰੁਕਦੀ, ਉਹਨਾਂ ਨੇ ਤਾਂ ਲੰਘ ਹੀ ਜਾਣਾ। ਉਹਨਾਂ ਨੂੰ ਫੇਰ ਵੀ ਲਾਈਟ ਬੰਦ ਕਰਕੇ ਲਗਾ ਦਿੱਤੇ। ਹੁਣ ਇੱਥੇ ਕਵੀ ਜੀ ਬਿਆਨ ਕਰ ਰਹੇ, ਕਹਿਣ ਲੱਗੇ ਜਿਵੇਂ ਰਾਜੇ ਦੇ ਜਿਹੜੇ ਵਜ਼ੀਰ ਹੁੰਦੇ, ਉਹਨਾਂ ਨੂੰ ਕੋਈ ਅਟਕ ਨਹੀਂ ਪੈਂਦੀ, ਔਰ ਜਿਹੜੇ ਪ੍ਰਭੂ ਭਗਤੀ ਕਰਦੇ ਹਨ ਰੱਬ ਦੇ ਪਿਆਰੇ, ਉਹਨਾਂ ਦੇ ਵਾਸਤੇ ਨਰਕ ਸੁਰਗ ਦਾ ਕੋਈ ਸੰਗਲ ਨਹੀਂ, ਉਹਨਾਂ ਦੇ ਵਾਸਤੇ ਕੋਈ ਰੁਕਾਵਟ ਨਹੀਂ, ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ। ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਭੂ ਭਗਤੀ ਹੈ, ਪਰਮੇਸ਼ਰ ਦਾ ਨਾਮ ਹੈ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਉਹਨਾਂ ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ। ਨਰਕ ਸੁਰਗ ਕਿਹਨਾਂ ਵਾਸਤੇ ਆ? ਜਿਹੜੇ ਡਰਦੇ ਨੇ, ਜਿਹੜੇ ਪੰਡਤਾਂ ਦੇ ਜਾਲ ਦੇ ਵਿੱਚ ਫਸ ਗਏ, ਕਹਿਣ ਲੱਗੇ ਉਹਨਾਂ ਦੇ ਵਾਸਤੇ ਨਰਕ ਸੁਰਗ ਹੈ, ਔਰ ਜਿਹੜੇ ਪ੍ਰਭੂ ਭਗਤੀ ਕਰਨ ਲੱਗ ਪਏ, ਉਹਨਾਂ ਨੂੰ ਕੋਈ ਰੁਕਾਵਟ ਨਹੀਂ ਹੈ ਰਸਤੇ ਦੇ ਵਿੱਚ। ਇੱਜ਼ਤ ਦੇ ਦੁਆਰਾ ਪ੍ਰਭੂ ਦੇ ਦਰਬਾਰ ਵਿੱਚ ਜਾਂਦੇ ਹਨ, ਪਤ ਸਿਉ ਪ੍ਰਗਟ ਜਾਏ, ਇੱਜ਼ਤ ਦੇ ਨਾਲ ਦਰਗਾਹ ਦੇ ਵਿੱਚ ਉਹਨਾਂ ਨੂੰ ਥਾਂ ਮਿਲਦੀ ਹੈ, ਸਤਿਕਾਰ ਮਿਲਦਾ ਹੈ। ਜਿਨ ਜਾਣਿਆ ਤਿਨ ਜਾਣਿਆ, ਬਹੁਤਾ ਕਿਆ ਬਕਵਾਦ। ਜਿਨ੍ਹਾਂ ਨੇ ਜਾਣਿਆ ਹੈ ਸੱਚ ਨੂੰ, ਹਰੀ ਵਾਹਿਗੁਰੂ ਪਰਮੇਸ਼ਰ ਨੂੰ, ਉਹਨਾਂ ਨੇ ਪਾ ਲਿਆ। ਮਨ ਮਾਨਿਆ ਤਉ ਹਰ ਜਾਣਿਆ, ਮਨ ਮਾਨੇ ਲੋਕ ਨਾ ਭਤੀਜੈ, ਨਾ ਭਤੀਜੈ ਤਉ ਕਿਆ ਕੀਜੈ। ਕਹਿਣ ਲੱਗੇ ਲੋਕ ਨਹੀਂ ਮੰਨਦੇ, ਜਦੋਂ ਸਾਡਾ ਮਨ ਮੰਨ ਗਿਆ ਫਿਰ ਲੋਕਾਂ ਦੀ ਪਰਵਾਹ ਨਹੀਂ। ਅਬ ਹਮ ਚਲੀ ਠਾਕੁਰ ਫੈਹਾਰ, ਜਬ ਹਨ ਹਮ ਸ਼ਰਨ ਪ੍ਰਭੂ ਕੀ ਆਈ, ਰਾਗ ਪ੍ਰਭੂ ਭਾਵੈ ਮਾਹ। ਹੁਣ ਤਾਂ ਪ੍ਰਭੂ ਦੀ ਬਖਸ਼ਿਸ਼ ਹੈ, ਜਦੋਂ ਉਹਨੂੰ ਸਾਰਾ ਕੁਝ ਸਮਰਪਣ ਕਰ ਦਿੱਤਾ, ਫਿਰ ਪਰਮੇਸ਼ਰ ਦੀ ਮਰਜ਼ੀ ਹੈ, ਕਿਉਂਕਿ ਹੁਣ ਮਨ ਰੀਝ ਗਿਆ ਪਰਮੇਸ਼ਰ ਦੀ ਮਰਿਆਦਾ 'ਤੇ। ਪਰਮੇਸ਼ਰ ਦਾ ਦਰਸਾਇਆ ਹੋਇਆ ਮਾਰਗ ਹੁਣ ਚੰਗਾ ਲੱਗਦਾ, ਮਨ ਮੰਨ ਗਿਆ, ਜੋ ਕਰਦਾ ਭਲਾ ਹੀ ਕਰਦਾ ਹੈ, ਜੋ ਕਰਦਾ ਚੰਗਾ ਕਰ ਰਿਹਾ ਹੈ। ਪਰਮੇਸ਼ਰ ਦੇ ਕੀਤੇ 'ਤੇ ਮਨ ਪ੍ਰਸੰਨ ਹੋ ਗਿਆ। ਜਦੋਂ ਮਨ ਮੰਨ ਜਾਂਦਾ ਹੈ, ਹਰੀ ਵਾਹਿਗੁਰੂ ਪਰਮੇਸ਼ਰ ਦੀ ਮਰਿਆਦਾ ਸਮਝ ਵਿੱਚ ਆ ਜਾਂਦੀ। ਜਦੋਂ ਮਰਿਆਦਾ ਸਮਝ ਵਿੱਚ ਆ ਗਈ, ਉਹਦੇ ਦਰ 'ਤੇ ਪ੍ਰਵਾਨ ਹੋ ਗਏ। ਕਹਿੰਦੇ ਲੋਕ ਜਿਹੜੇ ਹਨ, ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ, ਉਹਨਾਂ ਦੀ ਕੀ ਗੱਲ ਕਰਨੀ ਹੈ? ਕਰਨੀ ਵਾਲਾ ਤਰ ਗਿਆ, ਡੂਬਾ ਬਕਹਿ ਜੁਬਾਦ। ਜਿਨ੍ਹਾਂ ਦੀ ਕਰਨੀ ਸੱਚ ਹੈ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ, ਸੰਸਾਰ ਸਾਗਰ ਤੋਂ ਤਰ ਗਏ। ਕਰਨੀ ਵਾਲੇ ਜਿਹੜੇ ਹਨ, ਭਾਵ ਸਾਗਰ ਤੋਂ ਪਾਰ ਹੋ ਗਏ। ਡੁੱਬੇ ਜਿਹੜੇ ਹਨ, ਡੁੱਬੇ ਕੌਣ ਨੇ? ਜਿਨ੍ਹਾਂ ਨੇ ਬਕਵਾਦ, ਝਗੜੇ ਦੇ ਵਿੱਚ ਹੀ ਆਪਣਾ, ਮੈਂ ਮੇਰੀ ਦੇ ਵਿੱਚ ਹੀ ਆਪਣਾ ਜਨਮ ਜਿਹੜਾ ਸੀ, ਸਵਾਸਾ ਰੂਪੀ ਪੂੰਜੀਏ ਜਾਈ ਵਾਰੀ, ਬਾਦ ਵਿਵਾਦ ਵਿੱਚ ਹੀ ਪਏ ਰਹੇ, ਝਗੜੇ ਦੇ ਵਿੱਚ ਹੀ ਪਏ ਰਹੇ, ਮੇਰ ਤੇਰ ਦੇ ਵਿੱਚ ਹੀ ਉਲਝੇ ਰਹੇ। ਉਹ ਭਾਵ ਸਾਗਰ ਦੇ ਵਿੱਚ ਡੁੱਬ ਗਏ, ਪਾਰ ਨਹੀਂ ਹੋ ਸਕੇ। ਜਿਨ੍ਹਾਂ ਦੀ ਕਰਨੀ ਸੱਚ ਸੀ, ਜਿਨ੍ਹਾਂ ਦੀ ਸ਼੍ਰੇਸ਼ਟ ਕਰਨੀ ਸੀ, ਭਾਵ ਸਾਗਰ ਤੋਂ ਪਾਰ ਹੋਏ ਹਨ। ਸਗਲ ਈਸਤਾ ਗਿਆਨ ਕੀ, ਭਗਤ ਰਾਜ ਕੀ ਮੰਡ। ਸਾਰੀ ਜਿਹੜੀ ਭਾਵਨਾ ਹੈ ਗਿਆਨ ਦੀ ਹੈ, ਭਗਤੀ ਦਾ ਰਾਜ। ਜਿਨ੍ਹਾਂ ਨੇ ਪ੍ਰਭੂ ਭਗਤੀ ਕੀਤੀ, ਉਹਨਾਂ ਨੂੰ ਸਦੀਵ ਕਾਲ ਲਈ ਸੁਖ ਮਿਲਿਆ ਹੈ। ਯੁੱਧ ਵਿਕਾਰ ਪਰਜਾ ਸਰਬ, ਵਿਪੁਲ ਦੁਖ ਕਰਮ ਕੰਡ। ਬਾਕੀ ਜਿਹੜੀ ਪਰਜਾ ਸੀ, ਕਹਿਣ ਲੱਗੇ ਉਹਨਾਂ ਦਾ ਜੀਵਨ ਜਿਹੜਾ ਸੀ ਉਹ ਵਿਕਾਰ ਹੋ ਗਿਆ, ਕਿਉਂਕਿ ਕਰਮ ਕਾਂਡ ਦੇ ਵਿੱਚ ਫਸ ਗਏ। ਕਰਮ ਕਾਂਡਾਂ ਦੇ ਵਿੱਚ ਦੁੱਖ ਹੈ। ਜਿੱਥੇ ਕਰਮ ਕਾਂਡ ਹੀ ਜੀਵਨ ਬਣ ਜਾਏ, ਕਹਿਣ ਲੱਗੇ ਉੱਥੇ ਦੁੱਖ ਹੈ, ਔਰ ਜਿੱਥੇ ਪ੍ਰਭੂ ਭਗਤੀ ਹੈ ਸਦੀਵ ਕਾਲ ਲਈ, ਉੱਥੇ ਸੁੱਖ ਹੈ, ਆਨੰਦ ਹੈ। ਕਰਮ ਧਰਮ ਪਾਖੰਡ ਜੋ ਦਿਸੈ, ਤਿਨ ਜਮ ਜਾਗਾਤੀ ਲੁਟੈ। ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਖ, ਸਿਮਰਤ ਜਿਤ ਛੁਟੈ। ਜਿਨ੍ਹਾਂ ਨੇ ਨਿਰਵਾਣ ਕੀਰਤੀ ਗਾਈ, ਪਰਮੇਸ਼ਰ ਦਾ ਸਵਾਸ ਸਵਾਸ ਨਾਮ ਜਪਿਆ, ਨਿਮਖ ਮਾਹੇ ਨਿਸਤਾਰਾ,
ਇੱਕ ਨਿਮਖ ਦੇ ਵਿੱਚ ਉਹਨਾਂ ਦਾ ਭਾਵ ਸਾਗਰ ਤੋਂ ਪਾਰ ਹੋ ਗਏ, ਨਿਸਤਾਰਾ ਹੋ ਗਏ। ਔਰ ਜਿਹੜੇ ਕਰਮ ਕਾਂਡੀ ਬਣੇ ਰਹੇ, ਕਹਿਣ ਲੱਗੇ ਉਹ ਫਸ ਗਏ ਸੰਸਾਰ ਦੀ ਘੁੰਮਣ ਘੇਰੀ ਵਿੱਚ। ਤੀਰਥ ਜਪ ਤਪ ਦਖਣਾ ਨੇਮ ਸੰਜਮ ਅਰਦਾਨ। ਕਰਮ ਕਿਹੜੇ ਹਨ? ਤੀਰਥ ਯਾਤਰਾ ਕਰਨੀ, ਜਪ ਕਰਨਾ, ਤਪ ਕਰਨਾ, ਦਖਣਾ ਦੇਣੀ, ਨੇਮ ਸੰਜਮ ਅਤੇ ਦਾਨ ਦੇਣਾ। ਵਰਨਾਸ਼ਰਮ ਇਹ ਵੇਦ ਵਿਦ ਰਚਿਓ ਵਿਧਾਤੇ ਥਾਨ। ਵਰਣ ਆਸ਼ਰਮ, ਚਾਰ ਆਸ਼ਰਮ, ਚਾਰ ਵਰਣ, ਜਿਨ੍ਹਾਂ ਦੇ ਵਿੱਚ ਸਮਾਜ ਜਿਹੜਾ ਸੀ ਬ੍ਰਾਹਮਣ ਲੋਕਾਂ ਨੇ ਵੰਡਿਆ ਹੋਇਆ। ਕਹਿਣ ਲੱਗੇ ਵੇਦ ਵਿਧੀ ਹੈ, ਇਹ ਵੇਦ ਵਿਧੀ ਹੈ ਔਰ ਵਿਧਾਤਾ ਨੇ ਰਚੀ ਹੈ। ਇਹ ਕਹਿ ਕਰਕੇ ਦੁਨੀਆ ਨੂੰ ਕਰਮ ਕਾਂਡਾਂ ਦੇ ਵਿੱਚ ਕਹਿਣ ਲੱਗੇ ਫਸਾ ਦਿੱਤਾ। ਮਨ ਕੋ ਮਨ ਇੰਦਰਨ ਇੰਦਰ ਮਤ ਮੋ ਮਤ ਅਨੁਰਾਗ। ਮਨ ਜਿਹੜਾ ਹੈ ਇੰਦਰੀਆਂ ਦੇ ਪਿੱਛੇ ਲੱਗਿਆ ਹੋਇਆ ਹੈ ਔਰ ਇੰਦਰੀਆਂ ਜਿਹੜੀਆਂ ਹਨ ਉਹ ਬੁੱਧ ਦੇ ਪਿੱਛੇ ਲੱਗੀਆਂ ਹੋਈਆਂ ਹਨ। ਈਸ਼ ਜੀਵ ਕੀ ਭੇਦਤਾ ਮੂਰਖ ਹੀ ਰਹਿ ਲਾਗ। ਈਸ਼ ਅਤੇ ਜੀਵ ਦੀ ਜਿਹੜੀ ਭੇਦਤਾ ਹੈ, ਜਦੋਂ ਜੀਵ ਨੂੰ ਸਮਝ ਆਵੇ ਹਿਰਦੇ ਅੰਦਰ ਪ੍ਰੇਮ ਦੇ ਦੁਆਰਾ, ਪ੍ਰਭੂ ਭਗਤੀ ਦੇ ਦੁਆਰਾ, ਕਿਉਂਕਿ ਕੱਲ ਵੀ ਬਚਨ ਆਇਆ ਸੀ, ਜਿੰਨੀ ਦੇਰ ਹਿਰਦੇ ਅੰਦਰ ਭਾਵਨਾ ਨਹੀਂ, ਭਾਵ ਬਿਨ ਭਗਤ ਨਾ ਹੋਏ ਤੇਰੀ, ਭਾਵਨਾ ਤੋਂ ਬਿਨਾ ਭਗਤੀ ਨਹੀਂ ਔਰ ਭਗਤੀ ਤੋਂ ਬਿਨਾ ਜੀਵ ਦੇ ਹਿਰਦੇ ਅੰਦਰ ਗਿਆਨ ਨਹੀਂ, ਸੋਝੀ ਨਹੀਂ। ਜਦੋਂ ਸੋਝੀ ਆਉਂਦੀ ਹੈ, ਜੀਵ ਅਤੇ ਈਸ਼ ਦੀ ਜਿਹੜੀ ਦੂਰੀ ਹੈ ਉਹ ਫਿਰ ਦੂਰੀ ਮਿਟਦੀ। ਦੂਰੀ ਪਈ ਕਾਹਦੇ ਕਰਕੇ ਹੈ? ਕਹਿਣ ਲੱਗੇ ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਜਦੋਂ ਬਾਲਕ ਦਾ ਨਾੜੂਆ ਕੱਟ ਦਿੱਤਾ ਜਾਂਦਾ ਹੈ, ਹੌਲੀ ਹੌਲੀ ਸੰਸਾਰ ਤੇ ਸੰਸਾਰੀ ਜੀਵਾਂ ਨਾਲ ਸਾਂਝ ਬਣਦੀ, ਸਾਂਝ ਬਣਦਿਆਂ ਬਣਦਿਆਂ ਫਿਰ ਈਸ਼ ਨਾਲੋਂ ਜਿਹੜੀ ਦੂਰੀ ਬਣਦੀ ਜਾਂਦੀ ਹੈ ਔਰ ਮਾਇਆ ਦਾ ਜਿਹੜਾ ਪ੍ਰਭਾਵ ਹੈ ਉਹ ਫਿਰ ਵੱਧਦਾ ਜਾਂਦਾ ਹੈ। ਮਾਇਆ ਕੀ ਹੈ? ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਮੋਹ ਪੈਦਾ ਹੋ ਜਾਂਦਾ ਹੈ ਮਾਤਾ ਪਿਤਾ ਦੇ ਨਾਲ, ਦੂਜੇ ਭਾਵ ਵਿੱਚ ਜਿਉਂਦਿਆਂ ਜਿਉਂਦਿਆਂ ਆਪਣੇ ਆਪ ਨੂੰ ਫਿਰ ਵੱਖਰਾ ਜਾਣ ਲੈਂਦਾ। ਈਸ਼ਵਰ ਵੱਖਰਾ ਹੈ ਔਰ ਮੈਂ ਵੱਖਰਾ ਹੈ, ਉਹਦੀ ਅੰਸ਼ ਹੈ, ਉਹਦੀ ਜੋਤ। ਕਿਉਂਕਿ ਜੇ ਜੋਤ ਰੱਖੀ ਆ ਉਹਨੇ, ਇਹ ਸਰੀਰਾ ਮੇਰਿਆ ਹਰ ਤੁਮ ਹੈ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜਿਉ ਪਾਏ ਜਗਤ ਦਿਖਾਇਆ। ਜਦੋਂ ਪਰਮੇਸ਼ਰ ਨੇ ਆਪਣੀ ਜੋਤ, ਆਪਣੀ ਅੰਸ਼, ਆਪਣੀ ਸਤਾ ਹਿਰਦੇ ਅੰਦਰ ਰੱਖੀ ਤਾਂ ਇਹਦਾ ਜਨਮ ਹੋਇਆ। ਇਸ ਕਰਕੇ ਸੰਸਾਰ ਤੇ ਆ ਕਰਕੇ ਮੈਂ ਮੇਰੀ ਚ ਪੈ ਕੇ ਵੀ ਮੈਂ ਵੱਖਰਾ ਹਾਂ, ਈਸ਼ਵਰ ਵੱਖਰਾ ਹੈ। ਜਦੋਂ ਇਹ ਦੂਰੀ ਫਿਰ ਵੱਧਦੀ ਜਾਂਦੀ, ਕਿਉਂਕਿ ਅਗਿਆਨਤਾ ਤੋਂ ਹੀਣਾ ਹੈ ਔਰ ਜਿਉਂ-ਜਿਉਂ ਹਿਰਦੇ ਅੰਦਰ ਪ੍ਰਭੂ ਭਗਤੀ ਦੀ ਜਾਗ ਲੱਗਦੀ, ਭਗਤੀ ਕਰਦਿਆਂ ਕਰਦਿਆਂ ਫਿਰ ਨੇੜਤਾ ਪੈਦਾ ਹੁੰਦੀ, ਪ੍ਰਭੂ ਦੇ ਨਾਲ ਫਿਰ ਨੇੜਤਾ ਬਣਦੀ ਹੈ। ਪ੍ਰੇਮ ਦੇ ਦੁਆਰਾ ਫਿਰ ਇਹ ਪ੍ਰਭੂ ਨੂੰ ਪਾ ਲੈਂਦਾ। ਜੀਵ ਅਤੇ ਈਸ਼ ਦਾ ਜਿਹੜਾ ਵਖਰੇਵਾਂ ਭੇਦ ਜਿਹੜਾ ਸੀ, ਭਰਮ ਦੀ ਕਾਈ, ਭਰਮ ਦੀ ਕਾਈ ਇਹੀ ਦੀਵਾਰ ਹੈ ਦਵੈਸ਼ ਭਾਵਨਾ ਦੀ ਜਿਹੜੀ ਬਣੀ ਹੋਈ। ਮਹਾਰਾਜ ਜੀ ਕਹਿੰਦੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਦੋਂ ਦੀ ਰਜ਼ਾ, ਉਹਦੇ ਹੁਕਮ ਵਿੱਚ ਚੱਲਣ ਦੀ ਜੁਗਤ ਆ ਗਈ, ਜੋ ਕਰਦਾ ਭਲਾ ਹੀ ਕਰਦਾ ਹੈ, ਜੋ ਕਰ ਰਿਹਾ ਹੈ ਉਹਦੀ ਰਜ਼ਾ ਵਿੱਚ ਹੋ ਰਿਹਾ ਹੈ। ਇਉਂ ਜਦੋਂ ਇਹ ਭਾਵ ਸਮਝ ਵਿੱਚ ਆ ਗਿਆ, ਫਿਰ ਹਿਰਦੇ ਅੰਦਰ ਪ੍ਰੇਮ ਪੈਦਾ ਹੁੰਦਾ ਮਾਲਕ ਦੇ ਪ੍ਰਤੀ। ਜੀਵ ਅਤੇ ਈਸ਼ ਦੀ ਜਿਹੜੀ ਦੂਰੀ ਹੈ ਫਿਰ ਉਹ ਮਿਟ ਜਾਂਦੀ ਹੈ, ਨੇੜਤਾ ਬਣ ਜਾਂਦੀ ਹੈ। ਸਾਹਿਬ ਸਿੰਘ ਤੂੰ ਜਾਨ ਅਹ ਹਮੈ ਦਵੈਤ ਨਹਿ ਦਿਸ। ਔਰ ਭਾਈ ਰਾਮ ਕੋਇਰ ਜੀ ਕਹਿੰਦੇ, ਭਾਈ ਸਾਹਿਬ ਸਿੰਘ ਲਿਖਾਰੀ ਨੇ, ਭਾਈ ਰਾਮ ਕੋਇਰ ਜੀ ਲਿਖਾ ਰਹੇ ਨੇ ਇਹ ਜਿਹੜੀ ਕਥਾ ਹੈ,
ਕਿਉਂਕਿ ਭਾਈ ਰਾਮ ਕੋਇਰ ਜੀ ਮਹਾਰਾਜੀਆਂ ਦੀ ਸੰਗਤ ਕਰਦੇ ਰਹੇ। ਭਾਈ ਰਾਮ ਕੋਇਰ ਜੀ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦੇ ਪਾਵਨ ਸਰੂਪ ਦੇ ਦਰਸ਼ਨ ਕਰਦਿਆਂ ਸਤਿਗੁਰਾਂ ਦੇ ਚੋਜ ਦੇਖੇ ਹਨ ਨੇਤਰਾਂ ਰਾਹੀਂ ਅੱਖੀਂ, ਸਤਿਗੁਰਾਂ ਦੀ ਸੰਗਤ ਵਿੱਚ ਰਹਿ ਕਰਕੇ। ਔਰ ਇਉਂ ਕਥਾ ਲਿਖਾ ਰਹੇ ਭਾਈ ਸਾਹਿਬ ਸਿੰਘ ਲਿਖਾਰੀ ਜੀ ਲਿਖ ਰਹੇ, ਕਹਿਣ ਲੱਗੇ ਭਾਈ ਸਾਹਿਬ ਸਿੰਘ ਜੀ, ਇਉਂ ਮਹਾਰਾਜੀਆਂ ਦੇ ਬਚਨ ਸਤਿਗੁਰਾਂ ਦੀ ਸੰਗਤ ਕਰਦਿਆਂ ਸਾਡੇ ਹਿਰਦੇ ਅੰਦਰੋਂ ਦਵੈਤ ਭਾਵਨਾ ਜਿਹੜੀ ਸੀ ਉਹ ਮਿਟ ਗਈ, ਨਾਸ਼ ਹੋ ਗਈ। ਸਤਿਗੁਰ ਦਰਸ਼ਨ ਸਫਲ ਪਾਏ ਰੂਪ ਹੀ ਸਰਸ। ਸਤਿਗੁਰੂ ਜੀ ਦੇ ਦਰਸ਼ਨ ਜਿਹੜੇ ਹਨ ਸਫਲ ਹਨ, ਫਲ ਸਹਿਤ ਹਨ। ਫਲ ਸਹਿਤ ਦਰਸ਼ਨ ਨੇ ਮਹਾਰਾਜ ਜੀਆਂ ਦੇ, ਜਿਨ੍ਹਾਂ ਨੇ ਕੀਤੇ ਉਹਨਾਂ ਨੂੰ ਫਲ ਮਿਲਿਆ। ਫਲ ਕੀ ਮਿਲਿਆ? ਦੂਰੀ ਜਿਹੜੀ ਸੀ ਉਹ ਦੂਰ ਹੋ ਗਈ। ਹੀਏ ਅੰਦਰ ਉਹ ਰਸ ਸਹਿਤ ਹੋ ਗਏ ਮਹਾਰਾਜ ਜੀਆਂ ਦੇ ਦਰਸ਼ਨ ਕਰਕੇ। ਸੰਤ ਸਾਜਨ ਭਏ ਸਰਸੇ, ਰਸ ਸਹਿਤ ਹੋ ਗਏ ਸੰਤ ਸਾਜਨ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ। ਕਹਿੰਦੇ ਭਾਈ ਰਾਮ ਕੋਇਰ ਜੀ ਕਹਿੰਦੇ ਮਹਾਰਾਜ ਜੀਆਂ ਦੇ ਪ੍ਰਤੱਖ ਦਰਸ਼ਨ ਕਰਕੇ ਸੁੰਦਰ ਸਵਰੂਪ ਜਦੋਂ ਪਾਇਆ, ਹੀਏ ਅੰਦਰ ਉਹ ਰਸ ਵਰਤ ਗਿਆ ਭਗਤੀ ਦਾ। ਰਾਮ ਕੁਵਰ ਭਾਈ ਭਣੈ ਵਿਖਿਓ ਆਤਮਾ ਰੂਪ। ਔਰ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਆਤਮ ਰੂਪ ਜਿਹੜਾ ਹੈ ਉਹ ਦੇਖਿਆ, ਆਤਮ ਰੂਪ ਨੂੰ ਪਹਿਚਾਣਿਆ ਹੈ। ਪਰਨਿਓ ਜਾਏ ਨਾ ਜੇ ਕਛੂ ਪਰਮ ਆਨੰਦ ਅਨੂਪ। ਜੇ ਕੋਈ ਪੁੱਛੇ ਵੀ ਆਤਮ ਰੂਪ ਕਿਹੋ ਜਿਹਾ ਹੈ, ਭਾਈ ਰਾਮ ਕੋਇਰ ਜੀ ਕਹਿੰਦੇ ਵੀ ਭਾਈ ਉਹ ਬਿਆਨ ਕਰਨ ਤੋਂ ਪਰੇ ਹੈ, ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਜਿਨ ਹਰ ਪਾਇਓ ਤਿਨੈ ਛੁਪਾਇਓ, ਜਿਨ੍ਹਾਂ ਨੇ ਪਾਇਆ ਇਹ ਉਹੀ ਦੱਸ ਸਕਦੇ ਹਨ। ਗੂੰਗਾ ਮਠਿਆਈ ਖਾ ਲਵੇ ਉਹ ਬਿਆਨ ਨਹੀਂ ਕਰ ਸਕਦਾ, ਬਿਆਨ ਕਰਨ ਤੋਂ ਅਸਮਰੱਥ ਹੈ ਗੂੰਗਾ। ਇਸ ਕਰਕੇ ਪਰਮ ਆਨੰਦ ਸਰੂਪ ਕਿਹੋ ਜਿਹਾ ਹੈ? ਕਹਿਣ ਲੱਗੇ ਅਨੂਪ ਹੈ, ਉਪਮਾ ਤੋਂ ਰਹਿਤ। ਉਹਦੀ ਕੋਈ ਉਪਮਾ ਨਹੀਂ, ਉਹਦੀ ਕੋਈ ਤੁਲਨਾ ਨਹੀਂ, ਉਹਦੀ ਕੋਈ ਉਦਾਹਰਣ ਨਹੀਂ ਹੈ। ਸੁਣ ਕੈ ਨੇ ਸੰਸੈ ਭਏ ਸ੍ਰੀ ਮੁਖ ਤੇ ਸਭ ਬਾਤ। ਇਉਂ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਇਹ ਬਚਨ ਸੁਣ ਕਰਕੇ ਸਭਨਾਂ ਦਾ ਸੰਸਾ ਜਿਹੜਾ ਸੀ ਉਹ ਦੂਰ ਹੋਇਆ, ਕਿਉਂਕਿ ਸਤਿਗੁਰੂ ਸਭਨਾਂ ਦੇ ਸੰਸੇ ਦੂਰ ਕਰਦਾ ਹੈ। ਸੋ ਸਤਿਗੁਰ ਧੰਨ ਧੰਨ ਜਿਨ ਭਰਮ ਗੜ੍ਹ ਤੋੜਿਆ, ਸੋ ਸਤਿਗੁਰ ਧੰਨ ਧੰਨ ਜਿਨ ਹਰਿ ਸਿਉ ਜੋੜਿਆ। ਸਤਿਗੁਰੂ ਹੀ ਉਹ ਹੈ ਜਿਹੜਾ ਗੁਰਸਿੱਖ ਦੇ ਹਿਰਦੇ ਅੰਦਰੋਂ ਸੰਸਾ ਭਰਮ ਦੂਰ ਕਰ ਦਿੰਦਾ। ਸਤਿਗੁਰੂ ਦੀ ਸ਼ਰਨ ਵਿੱਚ ਪਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ ਪ੍ਰਤੱਖ ਹੈ। ਔਰ ਜਦੋਂ ਕੋਈ ਕਿਸੇ ਦੇ ਮਨ ਵਿੱਚ ਸੰਸਾ ਹੈ, ਸਵਾਲ ਹੈ, ਕੋਈ ਸਮੱਸਿਆ ਹੈ, ਸਤਿਗੁਰਾਂ ਦੀ ਪਵਿੱਤਰ ਬਾਣੀ ਪੜ੍ਹੇ, ਮਹਾਰਾਜ ਜੀਆਂ ਦੇ ਚਰਨਾਂ 'ਚ ਅਰਦਾਸ ਕਰਕੇ, ਔਰ ਸਤਿਗੁਰੂ ਜੀ ਉਹਦੀ ਸਮੱਸਿਆ ਦਾ ਸਮਾਧਾਨ ਕਰਦੇ, ਹੱਲ ਕਰਦੇ, ਸਵਾਲ ਦਾ ਜਵਾਬ ਦਿੰਦੇ ਨੇ। ਕਿਉਂਕਿ ਜਾਗਤ ਜੋਤ ਹਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਸਤਿਗੁਰੂ ਉਹ ਜਿਹੜਾ ਆਪਣੇ ਗੁਰਸਿੱਖਾਂ ਦੇ ਹਿਰਦੇ ਅੰਦਰੋਂ ਭਰਮ ਦੀ ਨਿਵਰਤੀ ਕਰਦਾ ਹੈ। ਔਰ ਕਲਗੀਧਰ ਪਿਤਾ ਸੁਆਮੀ ਸਤਿਗੁਰਾਂ ਨੇ ਗੁਰਸਿੱਖਾਂ ਦੇ ਹਿਰਦੇ ਅੰਦਰੋਂ ਸੰਸਾ ਜਿਹੜਾ ਸੀ ਉਹ ਨਿਵਰਤ ਕੀਤਾ, ਦੂਰ ਕਰ ਦਿੱਤਾ ਹੈ। ਬਹੁਰ ਉੱਠੇ ਦੇਖਣ ਲੱਗੇ ਹੈ ਬੇਗੀ ਸੰਬਾਤ। ਔਰ ਫਿਰ ਸਾਰੇ ਉੱਠੇ ਹਨ। ਮਹਾਰਾਜ ਜੀ ਜਦੋਂ ਦੀਵਾਨ ਦੇ ਵਿੱਚ ਉੱਠੇ, ਸਤਿਗੁਰਾਂ ਦੇ ਨਾਲ ਹੀ ਸਾਰੇ ਗੁਰਸਿੱਖ ਖੜੇ ਹੋ ਗਏ। ਮਹਾਰਾਜ ਜੀਆਂ ਦਾ ਘੋੜਾ ਹੈ ਬੇਗੀ, ਹਵਾ ਦੇ ਬੇਗ ਦੀ ਤਰ੍ਹਾਂ ਚੱਲਣ ਵਾਲਾ ਗੁਰੂ ਸਾਹਿਬ ਜੀ ਦਾ ਘੋੜਾ। ਮਹਾਰਾਜ ਜੀ ਘੋੜੇ ਦੇ ਪਾਸ ਚੱਲ ਕਰਕੇ ਆਏ ਹਨ। ਚੌਪਈ ਇਸ ਪ੍ਰਕਾਰ ਸਿੱਖਣ ਉਪਦੇਸ਼ੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਗੁਰਸਿੱਖਾਂ ਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਸੁਨ ਧਾਰਹਿ ਜੇ ਭਾਗ ਵਿਸ਼ੇਸ਼ੈ। ਜਿਨ੍ਹਾਂ ਦੇ ਵੱਡੇ ਭਾਗ ਹਨ, ਵਿਸ਼ੇਸ਼ ਭਾਗ,
ਉਹੀ ਸੁਣ ਕਰਕੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾਉਂਦੇ ਹਨ। ਵਹਿਰ ਅਖੇਰ ਪ੍ਰਿਤ ਕੋ ਕਰੈ, ਫਿਰ ਸਤਿਗੁਰੂ ਜੀ ਸ਼ਿਕਾਰ ਖੇਡਣ ਵਾਸਤੇ ਚੜ੍ਹਦੇ ਹਨ। ਸੰਗ ਖਾਲਸਾ ਬਨ ਮਹਿ ਫਿਰੈ, ਸਤਿਗੁਰਾਂ ਦੇ ਨਾਲ ਖਾਲਸਾਈ ਫੌਜਾਂ ਜੰਗਲ ਵਿੱਚ ਮਹਾਰਾਜਿਆਂ ਦੇ ਨਾਲ ਵਿਚਰਦੀਆਂ ਹਨ। ਕੇਤਿਕ ਗ੍ਰਾਮ ਛੀਨ ਕਰ ਲੀਨੇ, ਕਈ ਜਿਹੜੇ ਪਿੰਡ ਹਨ ਸਿੰਘਾਂ ਨੇ ਜਿਹੜੇ ਕਿ ਗੁੱਜਰ ਰੰਘੜ ਸਨ, ਸੰਗਤ ਜਦੋਂ ਆਉਂਦੀ ਦਰਸ਼ਨ ਕਰਨ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਹ ਲੋਕ ਦਸਵੰਧ ਦੀ ਮਾਇਆ ਖੋਲਿਆ ਕਰਦੇ ਸਨ। ਔਰ ਫਿਰ ਸਿੰਘਾਂ ਨੇ ਸਜ਼ਾ ਦਿੱਤੀ ਇਹਨਾਂ ਨੂੰ। ਇਹ ਜਿਹੜੇ ਗੁੱਜਰ ਰੰਘੜ ਸਨ ਫਿਰ ਨਗਰ ਛੱਡ ਕਰਕੇ ਇੱਥੋਂ ਚਲੇ ਗਏ। ਔਰ ਸਿੰਘਾਂ ਨੇ ਇਹ ਜਿਹੜੇ ਨਗਰ ਸਨ ਫਿਰ ਇੱਥੇ ਖਾਲਸਾ ਪੰਥ ਵਿੱਚ ਸ਼ਾਮਲ ਕੀਤੇ ਹਨ। ਕੇਤਿਕ ਭੇਦ ਦੇਹ ਡਰ ਭੀਨੇ, ਕਈ ਜਿਹੜੇ ਸਨ ਫਿਰ ਸਿੰਘਾਂ ਨੂੰ ਭੇਟ ਦਿੰਦੇ ਹਨ, ਮਾਮਲਾ ਦਿੰਦੇ ਹਨ ਡਰਦਿਆਂ ਹੋਇਆਂ। ਜੇ ਨਹਿ ਮਿਲੇ ਗਰਭ ਕੁਛ ਧਰੈ, ਕਈ ਜਿਹੜੇ ਰਾਜਿਆਂ ਦੀ ਆੜ ਹੇਠ ਹੰਕਾਰ ਕਰਦੇ ਸਨ, ਅੜ ਜਾਂਦੇ ਸਨ। ਤਿਨਿਤ ਪ੍ਰਿੰਦ ਖਾਲਸਾ ਚਰੈ, ਫਿਰ ਇਹਨਾਂ ਨੂੰ ਸਜ਼ਾ ਦੇਣ ਵਾਸਤੇ ਸਿੰਘ ਫਿਰ ਚੜ੍ਹਾਈ ਕਰਕੇ ਜਾਂਦੇ ਹਨ। ਕਰਹਿ ਸ਼ਿਕਾਰ ਤਾ ਮਨ ਪਾਇਓ, ਜੰਗਲ ਦੇ ਵਿੱਚ ਸ਼ਿਕਾਰ ਕਰਦੇ, ਮਨ ਭਾਉਂਦਾ ਸ਼ਿਕਾਰ ਖੇਡਦੇ ਹਨ। ਪਹੁੰਚੈ ਤਜੈ ਗ੍ਰਾਮ ਡਰ ਪਾਇਓ, ਔਰ ਜਿਹੜੇ ਨਗਰ ਦੇ ਲੋਕ ਸਨ ਉਹ ਫਿਰ ਡਰਦਿਆਂ ਹੋਇਆਂ ਮਤਾਂ ਕਿਤੇ ਸਾਡੇ ਪਿੰਡ 'ਤੇ ਹੀ ਨਾ ਕਬਜ਼ਾ ਕਰ ਲੈਣੇ ਸਿੰਘ। ਫਿਰ ਜਾ ਕੇ ਪਹਾੜੀ ਰਾਜਿਆਂ ਕੋਲੇ ਫਰਿਆਦੀ ਵੀ ਹੁੰਦੇ ਵੀ ਅਸੀਂ ਬੜੇ ਔਖੇ ਹਾਂ, ਸਾਡੀਆਂ ਫਸਲਾਂ ਜਿਹੜੀਆਂ ਨੇ ਨੇੜੇ ਤੇੜੇ ਉਹ ਉੱਜੜ ਜਾਂਦੀਆਂ। ਔਰ ਜਦੋਂ ਸ਼ਿਕਾਰ ਖੇਡਣ ਵਾਸਤੇ ਆਉਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਨਾਲ ਫੌਜਾਂ, ਸਾਡਾ ਉਜਾੜਾ ਕਰਦੀਆਂ, ਕਈ ਉਹ ਡਰਦੇ ਹਨ। ਕ੍ਰਿਕੀ ਵਡਾਏ ਪੁੰਜ ਲੈ ਆਵੈ, ਔਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਆਉਂਦੀ ਹੈ, ਭੇਟਾਵਾਂ ਮਹਾਰਾਜਿਆਂ ਦੇ ਹਜ਼ੂਰ ਭੇਟ ਕਰਦੇ ਹਨ। ਕਈ ਜਿਹੜੇ ਨਗਰ ਦੇ ਲੋਕ ਹਨ ਜਦੋਂ ਸਿੰਘ ਚੜ੍ਹਦੇ ਘਾਹ ਪੱਠਾ ਲੈਣ ਵਾਸਤੇ ਔਰ ਫਿਰ ਦਾਣਾ ਪੱਠਾ ਘੋੜਿਆਂ ਦੇ ਵਾਸਤੇ ਲੈ ਕੇ ਆਉਣਾ, ਕਈ ਆਪਣੇ ਆਪ ਭੇਟ ਕਰਦੇ ਸਤਿਕਾਰ ਵਜੋਂ। ਔਰ ਫਿਰ ਖਾਲਸਾ ਕਈਆਂ 'ਤੇ ਹੱਲਾ ਵੀ ਬੋਲ ਦਿੰਦਾ ਹੈ ਔਰ ਫਿਰ ਆਪਣੀ ਮਰਜ਼ੀ ਅਨੁਸਾਰ ਵੱਢ ਕੇ ਲੈ ਕੇ ਆਉਂਦਾ ਹੈ। ਅਨੰਦਪੁਰ ਤੁਰੰਗ ਸੋ ਖਾਵੈ, ਔਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਘੋੜਿਆਂ ਦੇ ਵਾਸਤੇ ਦਾਣੇ ਪੱਠੇ ਦਾ ਪ੍ਰਬੰਧ ਕਰਦੇ ਹਨ। ਭੀਮ ਚੰਦ ਦੇਖੈ ਦੁਖ ਲਹੈ, ਜਦੋਂ ਭੀਮ ਚੰਦ ਦੇਖਦਾ ਹੈ ਦਿਨ ਪ੍ਰਤੀ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਆਂ ਫੌਜਾਂ ਦੇ ਵਿੱਚ ਵਾਧਾ ਹੁੰਦਾ ਹੈ, ਸਤਿਗੁਰੂ ਜੀ ਆਪ ਸ਼ਿਕਾਰ ਖੇਡਣ ਵਾਸਤੇ ਚੜ੍ਹਦੇ, ਦੇਖ ਕੇ ਬੜਾ ਦੁਖੀ ਹੁੰਦਾ ਹੈ। ਲੜ ਨਹਿ ਸਕੈ ਤਰਾਸ ਮਨ ਲਹੈ, ਲੜਨ ਦੀ ਤਾਂ ਹਿੰਮਤ ਨਹੀਂ, ਕਿਉਂਕਿ ਕਈ ਵਾਰ ਹਾਰ ਚੁੱਕੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਸਨਮੁਖ। ਲੜਨ ਦੀ ਹਿੰਮਤ ਨਹੀਂ ਔਰ ਮਨ ਦੇ ਵਿੱਚ ਤਰਾਸ ਕਰਦਾ, ਡਰਦਾ ਹੈ। ਕਲਗੀ ਧਰ ਰਾਸ ਵੀਰ ਮਝਾਰਾ, ਸਤਿਗੁਰੂ ਜੀ ਵੀਰ ਰਸ ਨਾਲ ਭਰਪੂਰ ਹਨ। ਚਾਹੇ ਜੰਗ ਕੋ ਸਦਾ ਅਖਾਰਾ, ਔਰ ਸਦਾ ਹੀ ਮਹਾਰਾਜ ਜੀ ਦੀਆਂ ਫੌਜਾਂ ਜੰਗ ਦਾ ਅਖਾੜਾ ਜਿਹੜਾ ਹੈ ਸਦਾ ਹੀ ਰਚਦੇ, ਕਿਉਂਕਿ ਸਤਿਗੁਰੂ ਜੀ ਤਾਂ ਅਭਿਆਸ ਹੀ ਇਹ ਕਰਾਉਂਦੇ। ਜਦੋਂ ਵੀ ਮਹਾਰਾਜ ਜੀ ਸ਼ਿਕਾਰ ਖੇਡਣ ਵਾਸਤੇ ਇਹ ਵੀ ਸ਼ਾਸਤਰ ਵਿਦਿਆ ਦਾ ਅਭਿਆਸ ਸੀ। ਦੋ ਪਾਸੇ ਫੌਜਾਂ ਖੜਾ ਕਰਕੇ ਆਪਸੀ ਭੇੜ ਕਰਾਉਣਾ, ਘੋਲ ਕਰਾਉਣਾ, ਜਲ ਕੀੜਾ ਕਰਾਉਣੀ। ਇਉਂ ਤਾਂ ਖਾਲਸਾ ਤਾਂ ਨਿੱਤੀ ਜੰਗ ਦਾ ਅਭਿਆਸ ਕਰਦਾ ਹੈ। ਸਿੰਘਨ ਕੋ ਨਿਤ ਲੜਨ ਸਿਖਾਵਨ, ਸਿੰਘਾਂ ਨੂੰ ਸਤਿਗੁਰੂ ਜੀ ਨਿਤ ਜੰਗ ਯੁੱਧ ਦੀ ਜਿਹੜੀ ਪ੍ਰਥਾ ਹੈ ਇਹੀ ਸਿੱਖਿਆ, ਸ਼ਾਸਤਰ ਵਿਦਿਆ ਦਾ ਅਭਿਆਸ ਸਿਖਾਉਂਦੇ ਹਨ। ਤੁਰਕਨ ਗਨ ਸਨ ਪੈਰ ਬਤਾਵਨ, ਤੁਰਕ ਜਿਹੜੇ ਹਨ ਦੇਖ ਦੇਖ ਕੇ ਸੜਦੇ ਹਨ, ਉਹਨਾਂ ਦੇ ਮਨ ਵਿੱਚ ਐਂ ਬੈਰ ਵਧੀ ਜਾਂਦਾ। ਮਹਾਰਾਜਿਆਂ ਦੀ ਫੌਜਾਂ ਵਿੱਚ ਵਾਧਾ ਹੋ ਰਿਹਾ
ਔਰ ਜਿਹੜੇ ਤੁਰਕ ਨੇ, ਪਹਾੜੀ ਰਾਜੇ ਨੇ, ਦੇਖ ਕੇ ਵਿਰੋਧੀ ਹੁੰਦੇ, ਇਹਨਾਂ ਦੇ ਮਨ ਵਿੱਚ ਬੈਰ ਵੱਧਦਾ ਹੈ। ਰਣ ਜੇ ਕਰਤ ਰਹੈ ਕੋ ਪੰਥਾ। ਔਰ ਮਹਾਰਾਜ ਜੀ ਇਹੀ ਸਿੱਖਿਆ ਦਿੰਦੇ, ਭਾਈ ਜੇ ਹਿਰਦੇ ਅੰਦਰ ਜੂਝ ਮਰਨ ਦਾ ਚਾਉ ਹੈ, ਦ੍ਰਿੜਤਾ ਹੈ, ਹਿਰਦੇ ਅੰਦਰ ਲੜ ਮਰਨ ਦੀ ਇੱਛਾ ਹੈ, ਤਾਂ ਹੀ ਤੁਹਾਡੇ ਪੰਥ ਵਿੱਚ ਵਾਧਾ ਹੋਣਾ ਹੈ। ਕਿਉਂਕਿ ਦੁਸ਼ਮਣ ਜਿਹੜਾ ਹੈ ਉਹ ਤਾਂ ਇਹੀ ਢਾਹ ਲਾ ਕਰਕੇ ਬੈਠਾ, ਕਦੋਂ ਹਮਲਾ ਕਰ ਦਈਏ, ਕਦੋਂ ਹੱਲਾ ਕਰ ਦਈਏ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੂੰ ਕਦੋਂ ਫੜ ਲਈਏ, ਕਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਆਪਣੇ ਕਬਜ਼ੇ ਵਿੱਚ ਕਰ ਲਈਏ। ਚਾਰੇ ਪਾਸੇ ਉੱਧਰੋਂ ਤੁਰਕ ਨੇ, ਉੱਧਰੋਂ ਪਹਾੜੀ ਰਾਜੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਹਜ਼ੂਰ ਸੰਗਤ ਆਉਂਦੀ, ਬਹੁਮੁੱਲੀਆਂ ਭੇਟਾਵਾਂ ਦੇਖ ਕਰਕੇ ਪਹਾੜੀ ਰਾਜਿਆਂ ਦਾ ਮਨ ਲਲਚਾਉਂਦਾ ਹੈ। ਕਈ ਵਾਰ ਮੰਗਿਆ ਭੀਮ ਚੰਦ ਨੇ ਪ੍ਰਸ਼ਾਦੀ ਹਾਥੀ, ਮੈਨੂੰ ਮੰਗਵਾ ਦੇ ਦਿਓ। ਸਤਿਗੁਰੂ ਜੀ, ਆਹ ਜਿਹੜਾ ਤੰਬੂ ਹੈ ਆਪ ਜੀ ਦੇ ਪਾਸ, ਮੇਰੇ ਪੁੱਤਰ ਅਜਮੇਰ ਚੰਦ ਦੇ ਵਿਆਹ ਵਿੱਚ ਦੇ ਦਿਓ, ਕਿਉਂਕਿ ਮੇਰੇ ਇਹ ਜਿਹੜੀਆਂ ਸੁੰਦਰ ਵਸਤੂਆਂ ਨੇ, ਮੈਂ ਆਪਣੇ ਜਿਹੜਾ ਮੇਲ ਗੇਲ ਆਏਗਾ, ਸੰਬੰਧੀ ਆਉਣਗੇ, ਉਹਨਾਂ ਨੂੰ ਦਿਖਾਵਾਂਗਾ। ਔਰ ਮਨ ਲਚਾਉਂਦਾ ਹੈ ਕਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦਾ ਅਸੀਂ ਖਜ਼ਾਨਾ ਲੁੱਟੀਏ। ਉਹ ਤਾਂ ਇਹੀ ਤਾਕ ਵਿੱਚ ਰਹਿੰਦੇ ਹਨ। ਇਸ ਕਰਕੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਹਿਰਦੇ ਅੰਦਰ ਸ਼ਾਸਤਰ ਵਿਦਿਆ ਦਾ ਅਭਿਆਸ ਜਿਹੜਾ ਹੈ ਉਹ ਜ਼ਰੂਰੀ ਹੈ। ਸਭ ਸ਼ਸਤਰਨ ਕੀ ਸਿੱਖੈ ਸੰਥਾ। ਔਰ ਸਭਨਾਂ ਨੂੰ ਸਤਿਗੁਰੂ ਜੀ ਸ਼ਾਸਤਰਾਂ ਦਾ ਅਭਿਆਸ ਇਹੀ ਸੰਤਿਆ ਦਿੰਦੇ ਹੀ ਸਿਖਾਉਂਦੇ ਹਨ। ਯੁੱਧ ਕਰਨ ਹਥਿਆਰਨ ਮਾਰਹਿ। ਔਰ ਯੁੱਧ ਕਰਨ ਦੀ ਜਿਹੜੀ ਰੀਤ ਸੀ, ਜੰਗ ਕਿਵੇਂ ਕਰਨਾ ਹੈ, ਸ਼ਾਸਤਰਾਂ ਦਾ ਪ੍ਰਹਾਰ ਕਿਵੇਂ ਕਰਨਾ ਹੈ। ਤੋ ਚਿਤ ਬਲ ਤੇ ਰਾਜ ਸੰਭਾਰਹਿ। ਜੇ ਤੁਹਾਡੇ ਹਿਰਦੇ ਅੰਦਰ ਇਹ ਅਭਿਆਸ ਹੈ, ਜੇ ਤੁਹਾਡੇ ਹਿਰਦੇ ਅੰਦਰ ਇਹ ਸਿੱਖਿਆ ਹੈ, ਫਿਰ ਹੀ ਅੱਗੇ ਰਾਜ ਭਾਗ ਤੁਸੀਂ ਸੰਭਾਲ ਸਕਦੇ ਹੋ। ਇਹ ਆਸ਼ੈ ਸਤਿਗੁਰ ਕੇ ਮਨ ਕੋ। ਇਹ ਆਸ਼ਾ ਹੈ ਸਤਿਗੁਰੂ ਜੀ ਜਿਹੜਾ ਕਿ ਗੁਰਸਿੱਖਾਂ ਨੂੰ ਦੱਸਦੇ ਹਨ। ਜਿਸ ਤੇ ਚਿਤ ਚਾਹਤ ਨਿਤ ਰਨ ਕੋ। ਔਰ ਨਿਤ ਹਿਰਦੇ ਅੰਦਰ ਜੰਗ ਦੇ ਮੈਦਾਨ ਅੰਦਰ ਜੂਝ ਮਰਨ ਦਾ ਚਾਉ। ਜਬ ਆਵ ਕੀ ਔਧ ਨਿਧਾਨ ਬਨੈ, ਹਤ ਹੀ ਰਣ ਮੈਂ ਤਬ ਜੂਝ ਮਰੋ। ਸਦਾ ਹੀ ਜੂਝ ਮਰਨ ਦਾ ਚਾਉ ਹੈ। ਜਾਂ ਤੇ ਅਨੇਕ ਪ੍ਰਕਾਰ ਬਖੇਰਾ। ਚਾਰੇ ਪਾਸਿਓਂ ਹੀ ਜਿਹੜਾ ਬਖੇੜਾ ਪਿਆ ਹੋਇਆ। ਪਹਾੜੀ ਰਾਜੇ ਹਨ ਔਰ ਇੱਧਰੋਂ ਤੁਰਕਾਂ ਦੀ ਫੌਜ ਹੈ, ਸੂਬਾ ਸਰਹੰਦ ਹੈ, ਸੂਬਾ ਜਲੰਧਰ ਹੈ, ਸੂਬਾ ਲਾਹੌਰ ਹੈ। ਚਾਰੇ ਪਾਸਿਓਂ ਹੀ ਇਹ ਤੁਰਕ ਪਹਾੜੀਏ ਜਿਹੜੇ ਵਿਰੋਧੀ ਹਨ, ਮਹਾਰਾਜ ਜੀਆਂ ਤੇ ਹਮਲਾ ਕਰਨਾ ਚਾਹੁੰਦੇ ਹਨ। ਪਰਬਤ ਪਤ ਪੁੰਜਨ ਸਨ ਝੇਰਾ। ਔਰ ਜਿਹੜੇ ਪਰਬਤ ਪਤੀ ਹਨ, ਪਹਾੜੀ ਰਾਜੇ ਹਨ, ਇਹ ਤਾਂ ਧਾਕਲਾ ਕਰਕੇ ਬੈਠੇ ਹਨ। ਤਰਾਸਤ ਹੋਏ ਡਰਤ ਨਹਿ ਕੋਈ। ਪਰ ਡਰਦੇ ਨੇ ਸਤਿਗੁਰੂ ਜੀ ਤੋਂ, ਕਿਉਂਕਿ ਸਤਿਗੁਰਾਂ ਦੇ ਸਾਹਮਣੇ ਕੋਈ ਨਹੀਂ ਅੜ ਸਕਦਾ। ਮੁਕਾਬਲਾ ਕੌਣ ਕਰ ਸਕਦਾ ਹੈ ਗੁਰੂ ਸਾਹਿਬ ਜੀ ਦਾ। ਡਰਦੇ ਹਨ, ਲੜਦਾ ਕੋਈ ਨਹੀਂ ਹੈ। ਤੁਰਕਨ ਕੀ ਸਹਾਇ ਚਹ ਸੋਈ। ਫਿਰ ਤੁਰਕਾਂ ਦੀ ਸਹਾਇਤਾ ਮੰਗਦੇ ਹਨ ਕਿ ਤੁਰਕਾਂ ਦੀ ਸਹਾਇਤਾ ਦੁਆਰਾ ਗੁਰੂ ਸਾਹਿਬ ਜੀ ਨੂੰ ਅਸੀਂ ਫੜ ਸਕਦੇ ਹਾਂ। ਦਰਬ ਪਠਾਵਤ ਰਹੇ ਵਿਸਾਲਾ। ਫਿਰ ਤੁਰਕਾਂ ਦੇ ਪਾਸ ਬਹੁਤ ਸਾਰਾ ਧਨ ਭੇਜਦੇ ਹਨ, ਉਹਨਾਂ ਦੀ ਖੁਸ਼ਾਮਦ ਕਰਦੇ ਹਨ। ਜਾਤ ਵਕੀਲ ਸੁਨਾਏ ਕੁਚਾਲਾ। ਵਕੀਲ ਭੇਜਦੇ ਨੇ, ਆਪਣੇ ਰਾਜਦੂਤ ਭੇਜਦੇ ਹਨ। ਤੁਰਕਾਂ ਦੀ ਸਭਾ ਦੇ ਵਿੱਚ, ਕਚਹਿਰੀ ਦੇ ਵਿੱਚ ਜਾ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਬਾਰੇ ਫਿਰ ਇਹ ਵਧਾ ਚੜਾ ਕੇ ਗੱਲਾਂ ਕਰਦੇ, ਦੱਸਦੇ ਹਨ। ਅਵ ਰੰਗ ਨਿਟਕ ਕਿਤੇਕ ਸਿਧਾਵੇ। ਬਹੁਤ ਸਾਰੇ ਨੁਰੰਗੇ ਦੇ ਪਾਸ ਜਾਂਦੇ ਹਨ। ਨੁਰੰਗੇ ਦੀ ਸਭਾ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ ਪਰਥਾਏ ਜਾ ਕੇ ਪਹਾੜੀ ਰਾਜੇ ਸ਼ਿਕਾਇਤ ਕਰਦੇ ਹਨ। ਕੋ ਸੁਬੇਨ ਸਮੀਪ ਸੁਨਾਵੇ। ਔਰ ਮਹਾਰਾਜ ਜੀਆਂ ਦੇ ਜਾ ਕਰਕੇ ਕਈ ਸੂਬਿਆਂ ਦੇ ਕੋਲ
ਨਰੰਗੇ ਦੇ ਕੋਲ ਵੀ ਭੇਜਦੇ। ਨੇੜੇ ਨੇੜੇ ਦੇ ਜਿਹੜੇ ਸੂਬੇ ਹਨ, ਸੂਬਿਆਂ ਦੇ ਕੋਲ ਵੀ ਆਪਣੇ ਵਕੀਲ ਭੇਜਦੇ ਹਨ। ਦਸਵੇਂ ਗੁਰੂ ਉਤਾਰੀ ਧੂਮ। 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਧੂਮ ਮਚਾਈ ਹੋਈ ਹੈ ਸਾਡੇ ਇਲਾਕੇ ਦੇ ਵਿੱਚ। ਰਾਜ ਕਰਨ ਕੋ ਛੀਨਤ ਭੂਮ। ਉਹਨਾਂ ਦੀ ਮਨਸ਼ਾ ਇਹ ਹੈ, ਮੈਂ ਇਹਨਾਂ ਦੇ ਪਾਸੋਂ ਰਾਜ ਭਾਗ ਖੋਹ ਲਵਾਂ। ਔਰ ਉਹਨਾਂ ਨੇ ਰਾਜ ਕਰਨ ਦੀ ਮਨਸ਼ਾ ਜਿਹੜੀ ਹੈ ਉਹ ਪ੍ਰਗਟ ਕੀਤੀ ਹੋਈ, ਕਿਉਂਕਿ ਸ਼ਾਸਤਰਧਾਰੀ ਫੌਜਾਂ ਉਹਨਾਂ ਨੇ ਭਰਤੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਕਰਕੇ ਕਿਤੇ ਇਹ ਨਾ ਹੋਵੇ ਵੀ ਸਾਡਾ ਰਾਜ ਭਾਗ ਤਾਂ ਖੋਇਆ ਜਾਣਾ, ਔਰ ਆਉਣ ਵਾਲੇ ਸਮੇਂ ਅੰਦਰ ਜਦੋਂ ਉਹਨਾਂ ਨੇ ਵੱਡਾ ਰਾਜ ਸਥਾਪਿਤ ਕਰ ਲਿਆ, ਫਿਰ ਦਿੱਲੀ ਤੱਕ ਉਹਨਾਂ ਦਾ ਰਾਜ ਵਧਣਾ ਹੈ। ਤੁਹਾਡਾ ਵੀ ਰਾਜ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਨੇ ਖੋਹ ਲੈਣਾ। ਨੇੜੇ ਨੇੜੇ ਦੇ ਸੂਬਿਆਂ ਨੂੰ ਜਾ ਕੇ ਉਕਸਾਉਣਾ, ਨਰੰਗੇ ਦੇ ਪਾਸ ਜਾ ਕੇ ਮਹਾਰਾਜਿਆਂ ਦੇ ਪ੍ਰਤੀ ਸ਼ਿਕਾਇਤ ਕਰਨੀ ਕਿ ਉਹਨਾਂ ਨੇ ਆਪਣੀ ਫੌਜ ਜਿਹੜੀ ਹੈ ਉਹ ਵਧਾ ਰਹੇ ਹਨ, ਸ਼ਿਕਾਰ ਖੇਡਦੇ ਹਨ, ਨਿਤ ਜੰਗ ਕਰਦੇ ਹਨ। ਕਿਤੇ ਇਹ ਨਾ ਹੋਵੇ ਗੁਰੂ ਸਾਹਿਬ ਜੀ ਸਾਡਾ ਤਾਂ ਰਾਜ ਖੋਹਣਗੇ ਹੀ, ਤੁਹਾਡਾ ਵੀ ਰਾਜ ਜਿਹੜਾ ਹੈ ਆਉਣ ਵਾਲੇ ਸਮੇਂ ਅੰਦਰ ਉਹਨਾਂ ਨੇ ਖੋਹ ਲੈਣਾ। ਇਉਂ ਪਹਾੜੀ ਰਾਜੇ ਜਿਵੇਂ ਮਹਾਰਾਜਿਆਂ ਦੇ ਪਰਥਾਏ ਜਾ ਕੇ ਸੂਬਿਆਂ ਨੂੰ ਦੱਸਦੇ, ਨਰੰਗੇ ਨੂੰ ਦੱਸਦੇ, ਔਰ ਨਰੰਗਾ ਫਿਰ ਆਪਣੀਆਂ ਫੌਜਾਂ ਭੇਜਦਾ ਹੈ। ਸੈਦਾ ਬੇਗ ਅੱਗੇ ਆ ਰਿਹਾ ਮਹਾਰਾਜਿਆਂ ਦੇ ਨਾਲ ਜੰਗ ਕਰਨ ਵਾਸਤੇ। ਅਗਲੇ ਪ੍ਰਕਰਣ ਵਿੱਚ ਆਪਾਂ ਸਰਵਣ ਕਰਾਂਗੇ। ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ ਮਨ ਵਿੱਚ ਵਸਾਈਏ, ਹਿਰਦੇ ਅੰਦਰ ਧਾਰਨ ਕਰੀਏ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਦੇ ਲੋਕ ਸੁਖੀ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੈ ਮਿਲੇ, ਹੋਈਆਂ ਭੁੱਲਾਂ ਦੀ ਖਿਮਾ ਜੀ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। 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 ਹੇ ਅਚੁੱਤ ਹੈ ਪਾਰ ਬ੍ਰਹਮ, ਅਵਿਨਾਸੀ ਅਗਨਾਸ। ਹੇ ਪੂਰਨ ਹੈ ਸਰਬਮੈ, ਭੰਜਨ ਗੁਣਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਗੈ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਪੀ ਹੋਵਨ ਹਾਰ। ਹੇ
ਸੰਤਾਂ ਕੈ ਸਦਾ ਸੰਗ। ਧਾਰਾ ਆਧਾਰ ਏ ਠਾਕੁਰ ਹਉ ਦਾਸਰਾ ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰੱਖੋ ਹੀਐ ਪਰੋਇ। ਆਏ ਪ੍ਰਭ ਸ਼ਰਨਾਗਤੀ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ। ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਇਸ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ। ਪਾਰ ਉਤਾਰਨ ਹਾਰ ਸਗਲ ਦੁਆਰ ਕਉ ਛਾੜ ਕੇ ਤੁਹਾਰੋ ਦੁਆਰ। ਬਾਹਿ ਗਏ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜ ਕੇ ਤੁਹਾਰੋ ਦੁਆਰ। ਬਾਹਿ ਗਏ ਕੀ ਲਾਜ ਅਸ। ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।